ਜਿਹੜਾ ਮੋਰ ਦਾ ਖੰਭ ਤੁਸੀਂ ਆਪਣੀ ਜੇਬ ਦੇ ਵਿੱਚ ਕਿਉਂ ਰੱਖਦੇ ਹੋ? ਤੁਸੀਂ ਸਾਨੂੰ ਦੱਸਿਆ ਸੀ ਕਿ ਤੁਸੀਂ ਹਰ ਵੇਲੇ ਇਸ ਨੂੰ ਆਪਣੀ ਜੇਬ ਦੇ ਵਿੱਚ ਰੱਖਦੇ ਹੋ। ਇਹ ਬਿਨਾ ਮੋਰ ਨੂੰ ਮਾਰੇ ਜਿਹੜਾ ਆਪੇ ਪੰਖ ਚੜਿਆ ਹੈ, ਇਹ ਕੋਈ ਸਧਾਰਨ ਚੀਜ਼ ਨਹੀਂ ਹੈਗੀ। ਖੰਭ ਦੀ ਜਿਹੜੀ ਸ਼ਕਤੀ ਹੈਗੀ ਹੈ ਉਹ ਅੱਜ ਤੁਹਾਡੇ ਸਾਹਮਣੇ ਅਸੀਂ ਲਾਈਵ ਐਕਸਪੈਰੀਮੈਂਟ ਜਿਹੜਾ ਉਹ ਕਰਕੇ ਦਿਖਾਣਾ ਹੈ। ਔਰ ਮੇਰੇ ਵਰਗੇ ਬੁੱਢੇ ਤੋਂ ਇੰਨਾ ਮਜ਼ਬੂਤ ਜਵਾਨ ਦਾ ਹੱਥ ਨਹੀਂ ਦਬਣਾ। ਇਹ ਦੇਖੋ ਜੀ, ਇਹ ਮੈਂ ਫੜਿਆ ਤੇ ਦੋ ਹੱਥਾਂ ਨਾਲ ਦੱਬਿਆ ਸੀ ਮੇਰਾ ਦਾਤ। ਹੁਣ ਦੇਖੋ ਸੌਖਾ ਜਿਹਾ ਦੱਬਤਾ ਮੈਂ। ਤੁਸੀਂ ਕਹੋਗੇ ਦੋਵੇਂ ਮਿਲੇ ਹੋਏ ਨੇ, ਆਪਣੇ ਘਰ 'ਚ ਦੇਖ ਲਓ ਕਰਕੇ। ਇੱਥੇ ਤੁਹਾਨੂੰ ਲੱਗ ਰਿਹਾ ਤੇ ਜਾਦੂ ਹੋਇਆ। ਜਾਦੂ ਜੁਦੂ ਕੁਛ ਨਹੀਂ, ਇਹ ਨੇਚਰ ਦੇ ਸੀਕ੍ਰੇਟਸ ਨੇ। ਇਹਨਾਂ ਨੂੰ ਸਮਝੋ ਤੇ ਆਪਣੀ ਜ਼ਿੰਦਗੀ 'ਚ ਫਾਇਦਾ ਚੁੱਕੋ। ਹੁਣ ਇਹ ਫੜਨਗੇ ਫਿਰ ਕੀ ਹੋਊ? ਫਿਰ ਤੇ ਇਹ ਹੋਊ ਜੀ, ਦੇਖੋ ਇਹ ਜ਼ਬਰਦਸਤ ਇੰਨੀਆਂ ਪਾਵਰਫੁਲ ਜਿਹੜੀਆਂ ਸਮਝਾਂ ਜਿਨ੍ਹਾਂ ਨੂੰ ਹੁਣ ਦੇਖ ਕੇ ਮੈਂ ਕਹਿੰਦਾ ਜੇ ਅਸੀਂ ਨਾਸਾ ਦੇ ਵਿਗਿਆਨੀਆਂ ਨੂੰ ਦਿਖਾ ਦਈਏ ਤੇ ਉਹ ਤਾਂ ਆਪਣਾ ਸਿਰ ਫੜ ਕੇ ਬੈਠ ਜਾਣਗੇ ਜੀ। 1500 ਸਾਲ ਪੁਰਾਣੇ ਦਰਖਤ ਦੀ ਇਹ ਲੱਕੜ ਹੈ। ਉਹ ਐਨਸਤਾਸ਼ੀਆ ਨਾਂ ਦੀ ਇੱਕ ਹੈਗੀ ਹੈ ਜਨਾਨੀ, ਉਹ ਦੱਸਦੀ ਹੈ ਮੇਰੇ ਗੁਰੂ ਇਹਦੇ ਕਰਕੇ 300 ਸਾਲ ਦੇ ਹੋਏ ਸੀ। ਜੇ ਮੈਂ ਕਿਸੇ ਨੂੰ ਦੱਸ ਦਿਆਂਗੇ ਤਾਂ ਪੇੜ ਦਾ ਤੇ ਡੱਕਾ ਨਹੀਂ ਮਿਲਣਾ ਕਿਤੇ, ਇਸ ਲਈ ਮੈਂ ਕਿਸੇ ਨੂੰ ਦੱਸਦਾ ਨਹੀਂ। ਪਰ ਤੁਸੀਂ ਕਮਾਲ ਦੇਖੋ, ਤੁਸੀਂ ਇੱਥੇ ਲਾ ਲਓ, ਅੱਧੇ ਘੰਟੇ ਬਾਅਦ ਤੁਹਾਡੀ એનર્ਜੀ ਬੂਸਟ ਹੋ ਜਾਓ, ਡਿਪਰੈਸ਼ਨ ਗਾਇਬ ਹੋ ਜਾਓ। ਹਾਰਟ ਅਟੈਕ ਹੋ ਰਿਹਾ, ਇੱਥੇ ਲਾ ਲਓ। ਤੁਸੀਂ ਦੀ એનર્ਜੀ ਦਾ ਕਮਾਲ ਵਿਖਾਈਏ। ਇੱਕ ਹੋਰ ਨੌਜਵਾਨ ਸਾਡੇ ਨਾਲ ਹੈਗੇ। ਇਹ ਜਿਹੜਾ ਸਾਡਾ ਹੈ ਨਾ ਜੀ, ਇਹ ਸਾਡਾ એનર્ਜੀ ਸੈਂਟਰ ਹੈ, ਰਿਸੈਪਟਰ ਹੈਗਾ ਹੈ। ਪੈਰਾਂ ਦੇ ਤਲੇ 'ਚ, ਨਾਭੀ 'ਚ, ਇੱਦਾਂ ਨੱਕ 'ਚ, ਜੀਭ 'ਤੇ, ਇੱਥੇ ਤਾਲੂ 'ਤੇ, ਇੱਥੇ ਸਾਡੇ ਰਿਸੈਪਟਰ ਹੈਗੇ ਨੇ। ਇਹ ਵੀ ਸਾਡਾ ਰਿਸੈਪਟਰ ਹੈ। ਘਰਾਂ ਦੇ ਵਿੱਚ ਜਿਹੜੇ ਬੂਟੇ ਨੇ ਜਾਂ ਦਰਖਤ ਨੇ ਜਾਂ ਜਿਹੜੇ ਅਸੀਂ ਗਮਲਿਆਂ ਦੇ ਵਿੱਚ ਸਜਾਵਟੀ ਫੁੱਲ ਰੱਖਦੇ ਹਾਂ, ਉਹ ਜੈਨੇਟਿਕਲੀ ਮੋਡੀਫਾਈ ਹੋ ਕੇ ਸਾਡੇ ਕੋਲ ਆ ਗਏ ਤੇ ਉਹ ਸਾਨੂੰ ਫਾਇਦਾ ਦੇਣ ਦੀ ਥਾਂ ਤੇ, ਖੁਸ਼ਬੂ ਦੇਣ ਦੀ ਥਾਂ ਤੇ ਸਾਡੀ ਸਿਹਤ ਨਾਲ ਖਿਲਵਾੜ ਨੇ। ਉਹ ਤੁਹਾਡੇ ਝਗੜੇ ਕਰਵਾ ਰਹੇ ਆ। ਅਸੀਂ ਅਸ਼ੋਕ ਦਾ ਜਿਹੜਾ ਪੇੜ ਹੈ, ਜਿਹੜਾ ਤੁਸੀਂ ਐਗਜ਼ੋਟਿਕ ਲਾਇਆ, ਇੱਕ ਘਰ 'ਚ ਕਟਵਾਤਾ। ਛੱਤੀਸਗੜ੍ਹ 'ਚ ਕਟਵਾਉਣ ਤੋਂ ਬਾਅਦ ਮੈਂ ਪੁੱਛਿਆ ਭਾਈ ਕੀ ਹੋਇਆ ਅਸਰ, ਤੇ ਉਹਨੇ ਪਤਾ ਕੀ ਜਵਾਬ ਦਿੱਤਾ? ਮੇਰਾ ਤੇ ਮੇਰੀ ਵਹੁਟੀ ਦੀ ਲੜਾਈ ਬੰਦ ਹੋ ਗਈ। ਤੁਸੀਂ ਦੇਖੋ ਮੁਹੱਲਿਆਂ 'ਚ ਝਗੜੇ ਹੋਈ ਜਾਂਦੇ ਨੇ ਬੂਟਿਆਂ ਕਰਕੇ। ਮੈਂ ਤੁਹਾਨੂੰ ਉਨ ਬੂਟਿਆਂ ਦਾ ਦੱਸ ਦਿਆ, ਛੋਟੇ ਬੂਟੇ ਹੋਣ ਵੱਡੇ ਹੋਣ, ਜਿੰਨੇ ਐਗਜ਼ੋਟਿਕ ਪਲਾਂਟ ਹੈਗੇ ਨੇ ਸਾਰੇ ਦੇ ਸਾਰੇ ਜੈਨੇਟਿਕਲੀ ਮੋਡੀਫਾਈਡ ਨੇ, ਤੁਹਾਨੂੰ ਨੁਕਸਾਨ ਕਰਦੇ ਆ। ਤੇ ਜੇ ਇਹ ਬੁਰਾ ਬੂਟਾ ਹੈ ਫਿਰ ਤੇ ਇਹਨਾਂ ਦੀ ਤਾਕਤ ਇੰਨੀ ਕੁ ਰਹਿ ਜਾਣੀ ਹੈ ਬਸ। ਇਹ ਲਓ ਮੁੱਕ ਗਈ। ਇਹ ਦੇਖੋ, ਤੁਸੀਂ ਕਹੋਗੇ ਮਿਲੇ ਹੋਣਗੇ, ਘਰ ਕੇ ਦੇਖੋ ਜੀ ਆਪਣੇ 'ਚ, ਘਰ 'ਚ ਵੀਰ ਜੀ। ਕਿ ਜਿਹੜਾ ਸਿਰ ਦਰਦ ਹੋਇਆ ਅਸੀਂ ਚੱਕੀ ਚੱਕ ਕੇ ਪੇਨ ਕਿਲਰ ਲੈ ਲਈ, ਸਾਡਾ ਪੇਟ ਦਰਦ ਹੋਇਆ ਅਸੀਂ ਚੱਕੀ ਚੱਕ ਕੇ ਪੇਨ ਕਿਲਰ ਲੈ ਲਈ, ਸਾਡੇ ਗੋਡਿਆਂ ਦੇ ਵਿੱਚ ਦਰਦ ਹੋਇਆ ਅਸੀਂ ਗੋਡੇ ਬਦਲਾ ਲਏ। ਨਵਾਂ ਕੰਮ ਦੇਖੋ ਤੁਸੀਂ। ਸਿੰਥੈਟਿਕ ਚੀਜ਼ ਨੂੰ ਪਚਾਉਣ ਲਈ ਸਾਡਾ ਲੀਵਰ ਐਂਜ਼ਾਈਮ ਨਹੀਂ ਬਣਾਉਂਦਾ। ਐਂਜ਼ਾਈਮ ਨਹੀਂ ਬਣਿਆ ਤੇ ਉਹ ਗੋਲੀ ਤੁਹਾਡੇ ਸਰੀਰ 'ਚ ਜਾ ਕੇ ਜ਼ਹਿਰ ਦਾ ਕੰਮ ਕਰੂ। ਤੁਹਾਡਾ ਜਿਹੜਾ ਦਰਦ ਦਾ ਮੈਸੇਜ ਹੈ ਉਹ ਗੋਡੇ ਤੋਂ ਦਿਮਾਗ ਤੱਕ ਜਾਣਾ ਨਹੀਂ ਹੈ, ਉਹ ਬਲੌਕ ਹੋ ਗਿਆ। ਗੋਡੇ 'ਚ ਦਰਦ ਉੱਥੇ ਹੀ ਹੈ ਤੇ ਕੋਈ ਔਖਾ ਕੰਮ ਨਹੀਂ ਜੀ। ਆਪਾਂ ਤੁਹਾਡੇ ਗੋਡੇ ਤੇ ਦਰਦਾਂ ਦੁਰਦਾਂ 7 ਦਿਨ 'ਚ ਠੀਕ ਕਰ ਦਿਆਂਗੇ। ਜਿਹੜੇ ਨੀ ਰਿਪਲੇਸਮੈਂਟ ਹੈ ਉਹ ਨਹੀਂ ਹੋਣੀ। ਤੁਹਾਡੀ 90% ਬਿਮਾਰੀਆਂ ਆਪਾਂ ਬਿਨਾਂ ਦਵਾਈ ਤੇ, ਤੁਹਾਨੂੰ ਅੰਗਰੇਜ਼ੀ ਦਵਾਈ ਤੋਂ ਬਿਨਾਂ ਠੀਕ ਕਰਨ ਸਿਖਾਵਾਂਗੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਅਸੀਂ ਪਹਾੜਾਂ ਦੀ ਗੋਦ ਦੇ ਵਿੱਚ ਹਾਂ ਤੇ ਨਦੀ ਦੇ ਕਿਨਾਰੇ ਦੇ ਉੱਤੇ ਹਾਂ। ਅਜਿਹੇ ਮਾਹੌਲ ਦੇ ਵਿੱਚ ਤੁਹਾਡੀ ਮੁਲਾਕਾਤ ਹੈ ਜਿਹੜੀ ਅੱਜ ਅਸੀਂ ਮੁਲਕ ਦੀ ਨਹੀਂ ਸਗੋਂ ਦੁਨੀਆ ਦੀ ਅਜਿਹੀ ਨਾਮਵਰ ਸ਼ਖਸੀਅਤ ਨਾਲ ਕਰਵਾਉਣ ਜਾ ਰਹੇ ਹਾਂ, ਜੋ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਲੋਕਾਂ ਨੂੰ ਲਾਈਵ ਜਿਹੜੀ ਕੁਦਰਤ ਦੀ ਸ਼ਕਤੀ ਦਾ ਮੁਜ਼ਾਹਰਾ ਕਰਕੇ ਉਹਨਾਂ ਦਾ ਇਲਾਜ ਕਰਦੇ ਨੇ। ਬਹੁਤ ਜ਼ਿਆਦਾ ਜਿਹੜਾ ਕੁਦਰਤ ਦਾ ਉਹਨਾਂ ਨੂੰ ਗਿਆਨ ਹੈਗਾ, ਸਾਰੀ ਕੁਦਰਤ ਦਾ ਜੇਕਰ ਅਸੀਂ ਕਹਿ ਲਈਏ ਕਿ ਗਿਆਨ ਪ੍ਰਾਪਤ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਤੇ ਜੇਕਰ ਅਸੀਂ ਇਹ ਕਹਿ ਲਈਏ ਕਿ ਉਹਨਾਂ ਨੇ ਗਾਗਰ 'ਚ ਸਾਗਰ ਭਰਨ ਦਾ ਕੰਮ ਕੀਤਾ ਹੈ, ਤਾਂ ਅੱਜ ਅਸੀਂ ਤੁਹਾਡੀ ਮੁਲਾਕਾਤ ਹੈ ਜਿਹੜੀ ਪਹਾੜੀ ਵੈਦ ਨੇ ਜਿਹੜੇ ਜੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ, ਉਹਨਾਂ ਨਾਲ ਅਸੀਂ ਤੁਹਾਡੀ ਜਿਹੜੀ ਨਦੀ ਦੇ ਕਿਨਾਰੇ ਪਹਾੜਾਂ ਦੀ ਗੋਦ ਦੇ ਵਿੱਚ ਬੈਠ ਕੇ ਬੜੀ ਰੋਚਕ ਜਿਹੜੀ ਗੱਲਬਾਤ ਅੱਜ ਹੋਣ ਵਾਲੀ ਹੈ।
ਕੁਦਰਤ ਕਿਵੇਂ ਕੰਮ ਕਰਦੀ ਹੈ, ਕੁਦਰਤ ਆਪਣਾ ਸਿਸਟਮ ਕਿਵੇਂ ਚਲਾਉਂਦੀ ਹੈ ਤੇ ਇਨਸਾਨ ਜਦੋਂ ਕੁਦਰਤ ਦੇ ਸਿਸਟਮ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ ਤਾਂ ਉਸ ਨੂੰ ਕਿਹੋ ਜਿਹੀਆਂ ਬਿਮਾਰੀਆਂ, ਕਿਹੋ ਜਿਹੇ ਜਿਹੜੇ ਉਸ ਨੂੰ ਰੋਗ ਨੇ ਜਿਹੜੇ ਉਹ ਲੱਗਦੇ ਨੇ। ਸਾਡੇ ਨਾਲ ਨੇ ਵੈਦ ਰਾਜੇਸ਼ ਕਪੂਰ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਪਹਿਲਾਂ ਤਾਂ ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਨਮਸਤੇ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਗੱਲ ਅੱਜ ਪੰਜਾਬੀ ਚੈਨਲ ਦੇ ਥਰੂ ਸਾਰਿਆਂ ਤੱਕ ਪਹੁੰਚੇਗੀ। ਜੇ ਮੈਂ ਅੱਜ ਤੱਕ ਖੋਜਾਂ ਕੀਤੀਆਂ ਨੇ ਉਹ ਖੋਜਾਂ ਤੁਹਾਡੇ ਲੋਕਾਂ ਤੱਕ ਪਹੁੰਚਣ, ਮੈਨੂੰ ਇਹਦੀ ਬੜੀ ਖੁਸ਼ੀ ਹੈ। ਨਹੀਂ ਤਾਂ ਮੇਰੇ ਨਾਲ ਹੀ ਚਲੀ ਜਾਣਗੀ ਸਾਰੀ ਚੀਜ਼ਾਂ ਤੇ ਵੈਦ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਅਜੋਕੇ ਵੇਲੇ ਜਿਹੜੀ ਮਨੁੱਖਤਾ ਹੈਗੀ ਹੈ ਉਹ ਕੁਦਰਤ ਨਾਲ ਜਿਹੜੀ ਅਸੀਂ ਕਹਿ ਲਈਏ ਕਿ ਬੜਾ ਖਿਲਵਾੜ ਕਰ ਰਹੀ ਹੈ, ਤੇ ਖਿਲਵਾੜ ਦੇ ਨਤੀਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਈਵ ਵੀ ਦੇਖੇ ਨੇ, ਤੁਸੀਂ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਇਹਨਾਂ ਦਾ ਅਸਰ ਵੀ ਦੇਖਿਆ। ਸਾਨੂੰ ਇਹ ਸਮਝਾਓ ਕਿ ਜਦੋਂ ਇਨਸਾਨ ਕੁਦਰਤ ਨਾਲ ਛੇੜਛਾੜ ਕਰਦਾ ਹੈ ਤੇ ਫਿਰ ਕੀ ਹੁੰਦਾ? ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਜੀ, ਬੜਾ ਖਾਸ ਸਵਾਲ ਹੈ। ਇਹ ਜਿਹੜੀ ਗੱਲ ਹੈ ਇਹਦੇ ਉੱਤੇ ਲੋਕੀ ਧਿਆਨ ਨਹੀਂ ਦੇ ਰਹੇ। ਆਪਾਂ ਦੌੜੀ ਜਾ ਰਹੇ ਹਾਂ, ਬਿਨਾਂ ਦੇਖੇ ਦੌੜੀ ਜਾ ਰਹੇ ਹਾਂ। ਉਸ ਦੌੜ 'ਚ ਅਸੀਂ ਕੀ ਕਰ ਰਹੇ ਹਾਂ? ਜਿਸ ਪ੍ਰਕਿਰਤੀ ਦੇ ਕਾਰਨ ਅਸੀਂ ਜਿੰਦਾ ਹੈਗੇ ਹਾਂ, ਸਾਡਾ ਅਸਤਿਤਵ ਹੈਗਾ ਹੈ, ਅਸੀਂ ਉਸ ਪ੍ਰਕਿਰਤੀ ਨੂੰ ਖਤਮ ਕਰਨ 'ਚ ਲੱਗੇ ਹੋਏ ਹਾਂ। ਅਤੇ ਉਹਦੇ ਨਾਲ ਤੇ ਜ਼ਿਆਦਾ ਦਿਨ ਅਸੀਂ ਚੱਲਣਾ ਨਹੀਂ, ਸਾਡੀ ਜ਼ਿੰਦਗੀ ਨਹੀਂ ਚੱਲਣੀ। ਹੁਣ ਸਾਡੇ ਸਾਹਮਣੇ ਹੀ ਹੈ, ਕੈਂਸਰ ਤੁਸੀਂ ਜਾਣਦੇ ਹੋ ਵਧੀ ਜਾਂਦਾ ਹੈ ਬੜੀ ਤੇਜ਼ੀ ਨਾਲ, ਲੀਵਰ ਫੇਲੀਅਰ, ਕਿਡਨੀ ਫੇਲੀਅਰ, ਨਸ਼ੇ ਵਧੀ ਜਾਂਦੇ, ਡਿਪਰੈਸ਼ਨ, ਆਤਮ ਹੱਤਿਆ, ਅਪਰਾਧ, ਲੋਕਾਂ ਦੀ ਇਨਸਾਨੀਅਤ ਮੁੱਕੀ ਜਾਂਦੀ ਹੈ। ਇਹ ਸਾਰੀਆਂ ਸਾਡੀ ਪ੍ਰਕਿਰਤੀ ਨਾਲ ਛੇੜਛਾੜ ਕਰਨ ਦੇ ਕਾਰਨ ਹੋ ਰਿਹਾ ਹੈ। ਆਪਾਂ ਇਸਦਾ ਹੀ ਦੌੜ ਲਾਉਂਦੇ ਰਹੇ ਤੇ ਜ਼ਿਆਦਾ ਦਿਨ ਤੱਕ ਅਸੀਂ ਫਿਰ ਆਪਣੀ ਜ਼ਿੰਦਗੀ ਨੂੰ ਬਚਾ ਕੇ ਨਹੀਂ ਰੱਖ ਸਕਾਂਗੇ। ਇਸ ਤੋਂ ਵੱਡੀ ਦੁਰਦਸ਼ਾ ਹੋਣ ਵਾਲੀ ਹੈ ਜਿੰਨੇ ਹੁਣ ਤੱਕ ਹੋਈ ਹੈ। ਤੁਸੀਂ ਦੇਖੋ, ਪੰਜਾਬ ਨੇ ਦੁਨੀਆ ਤੋਂ ਸਾਰਿਆਂ ਤੋਂ ਜ਼ਿਆਦਾ ਪੈਸਟੀਸਾਈਡ, ਇਨਸੈਕਟੀਸਾਈਡ ਪਾਇਆ ਹੈ ਖੇਤਾਂ 'ਚ। ਤੁਹਾਨੂੰ ਕੋਈ ਦੱਸਣ ਦੀ ਲੋੜ ਹੈ ਕਿ ਦੁਨੀਆ 'ਚ ਸਾਰਿਆਂ ਤੋਂ ਜ਼ਿਆਦਾ ਕੈਂਸਰ ਅੱਜ ਪੰਜਾਬ 'ਚ ਹੈਗਾ ਹੈ, ਸਾਰਿਆਂ ਤੋਂ ਜ਼ਿਆਦਾ ਡਿਪਰੈਸ਼ਨ, ਨਸ਼ੇ ਉੱਥੇ ਹੈਗੇ ਨੇ। ਅਤੇ ਸਾਨੂੰ ਕਿਤੇ ਰੁਕਣਾ ਤੇ ਪੈਣਾ ਹੈ। ਜੇ ਅਗਲੀ ਪੀੜ੍ਹੀ ਨੂੰ ਬਚਾਉਣਾ ਹੈ ਤੇ ਸਾਨੂੰ ਰੁਕਣਾ ਪੈਣਾ ਹੈ। ਇੱਕ ਹੋਰ ਮੈਂ ਇਹਦੇ ਨਾਲ ਚੀਜ਼ ਜੋੜਨਾ ਚਾਹੁੰਦਾ, ਪ੍ਰਕਿਰਤੀ ਦੇ ਨਾਲ ਜਿਹੜੀ ਬਹੁਤ ਵੱਡੀ ਛੇੜਛਾੜ ਹੋਈ ਹੈ। ਅਸੀਂ ਆਪਣੇ ਘਰਾਂ 'ਚ ਸਟੇਟਸ ਸਿੰਬਲ ਦੇ ਨਾਂ 'ਤੇ ਐਗਜ਼ੋਟਿਕ ਪਲਾਂਟ ਲਾ ਲਏ। ਐਗਜ਼ੋਟਿਕ ਪਲਾਂਟ ਮਤਲਬ? ਐਗਜ਼ੋਟਿਕ ਪਲਾਂਟ ਦਾ ਮਤਲਬ ਹੁੰਦਾ ਤੇ ਇਹ ਵਿਦੇਸ਼ ਤੋਂ ਆਏ ਬੂਟੇ, ਪਰ ਉਹ ਵਿਦੇਸ਼ੀ ਬੂਟੇ ਨਹੀਂ ਹੈਗੇ। ਇਹਨੂੰ ਲੈਬ 'ਚ ਜੈਨੇਟਿਕਲੀ ਮੋਡੀਫਾਈ ਕੀਤਾ ਗਿਆ ਹੈ। ਜਿਸ ਤਰ੍ਹਾਂ ਕਪਾਹ ਹੁੰਦੀ ਸੀ ਨਾ ਸਾਡੇ, ਹੈਗੀ ਹੈ BT ਕਹਿੰਦੇ ਜਿਸ ਨੂੰ, ਬਾਇਓਟੈਕਨੋਲੋਜੀਕਲੀ ਮੋਡੀਫਾਈਡ। ਇਸ ਤਰ੍ਹਾਂ ਹੀ ਇਹ ਜਿਹੜੇ ਬੂਟੇ ਹੈਗੇ ਨੇ ਇਹ ਜੈਨੇਟਿਕਲੀ ਮੋਡੀਫਾਈਡ ਨੇ। ਇਹ ਸਾਨੂੰ ਬਿਮਾਰ ਕਰਨ ਲਈ ਬਣਾਏ ਗਏ ਨੇ। ਕੁਝ ਲੋਕ ਐਸਾ ਚਾਹੁੰਦੇ ਨੇ ਵੀ ਲੋਕਾਂ ਨੂੰ ਬਿਮਾਰ ਕਰੋ ਤੇ ਫਿਰ ਪੈਸਾ ਖਿੱਚੋ ਉਹਨਾਂ ਤੋਂ। ਇਹ ਉਹਨਾਂ 'ਚ ਤੁਸੀਂ ਇਨਸਾਨੀਅਤ ਲੱਭੋਗੇ, ਉਹਨਾਂ ਕੋਲ ਇਨਸਾਨੀਅਤ ਨਹੀਂ ਹੈਗੀ। ਉਹਨਾਂ ਲਈ ਪੈਸਾ ਹੀ ਸਾਰਾ ਕੁਝ ਹੈਗਾ। ਰੱਬ ਰੂਬ ਨੂੰ ਮੰਨਦੇ ਨਹੀਂ ਉਹ ਲੋਕ। ਅਤੇ ਅਸੀਂ ਉਹ ਬੂਟੇ ਲੱਭੇ ਨੇ ਜਿਨ੍ਹਾਂ ਦੇ ਕਰਕੇ ਸਾਡਾ ਜਿਹੜਾ ਹੈ ਸਾਰਾ ਪਰਿਆਵਰਣ ਜਿਹੜਾ ਹੈ, ਆਕਸੀਜਨ ਖਤਮ ਹੋ ਰਹੀ ਹੈ। ਤੁਸੀਂ ਕਹਿੰਦੇ ਬੂਟੇ ਲਾਈ ਜਾਓ ਆਕਸੀਜਨ ਵਧੇਗੀ। ਮੈਂ ਕਹਿੰਦਾ ਬੂਟੇ ਲਾ ਕੇ ਸਾਡੀ ਆਕਸੀਜਨ ਮੁੱਕ ਗਈ ਜੀ, ਉਹ ਖਤਮ ਹੋਈ ਜਾਂਦੀ ਹੈ। ਤੁਸੀਂ ਕਹੋਗੇ ਪ੍ਰਮਾਣ ਕੀ ਹੈ? ਗੱਲ ਅਗਰ ਪੁੱਛੋ ਤਾਂ ਸਹੀ ਗੱਲ ਹੈ। ਬਿਨਾਂ ਪ੍ਰਮਾਣ ਤੋਂ ਮੰਨੋਗੇ ਧੋਖਾ ਫਿਰ ਖਾ ਲਓਗੇ। ਆਪਾਂ ਉਹ ਇੱਕ ਪ੍ਰਯੋਗ ਕਰਕੇ ਤੁਹਾਨੂੰ ਦੱਸਨੇ ਆ। ਜੀ ਜੀ ਜੀ, ਤੇ ਉਹ ਪ੍ਰਯੋਗ ਵੀ ਅਸੀਂ ਵੈਦ ਜੀ ਜ਼ਰੂਰ ਕਰਾਂਗੇ। ਪਰ ਮੈਨੂੰ ਦੱਸੋ, ਮੈਂ ਤੁਹਾਡੀ ਜੇਬ ਦੇ ਵਿੱਚ ਇੱਕ ਮੋਰ ਦਾ ਖੰਭ ਹੈ। ਇਹ ਮੋਰ ਦਾ ਖੰਭ ਤੁਸੀਂ ਆਪਣੀ ਜੇਬ 'ਚ ਕਿਉਂ ਰੱਖਿਆ ਹੋਇਆ? ਆਪਾਂ ਉਹ ਵੀ ਗੱਲਬਾਤ ਕਰਾਂਗੇ। ਪਰ ਸਾਨੂੰ ਇਹ ਸਮਝਾਓ ਕਿ ਜਿਹੜਾ ਮੋਰ ਦਾ ਖੰਭ ਤੁਸੀਂ ਆਪਣੀ ਜੇਬ ਦੇ ਵਿੱਚ ਕਿਉਂ ਰੱਖਦੇ ਹੋ? ਤੁਸੀਂ ਸਾਨੂੰ ਦੱਸਿਆ ਸੀ ਕਿ ਤੁਸੀਂ ਹਰ ਵੇਲੇ ਇਸ ਨੂੰ ਆਪਣੀ ਜੇਬ ਦੇ ਵਿੱਚ ਰੱਖਦੇ ਹੋ। ਇਹ ਤੁਹਾਡੀ ਸਾਰੇ ਸਵਾਲ ਬੜੇ ਉਪਯੋਗੀ ਨੇ, ਸਮਾਜ ਦੇ ਲਈ ਬੜੇ ਕਲਿਆਣਕਾਰੀ ਨੇ। ਇਹ ਪ੍ਰਕਿਰਤੀ 'ਚ ਕਿੰਨੇ ਚਮਤਕਾਰ ਹੈ ਸਾਨੂੰ ਪਤਾ ਹੀ ਨਹੀਂ। ਅਸੀਂ ਜਿੰਨਾ ਦੂਰ ਪ੍ਰਕਿਰਤੀ ਤੋਂ ਜਾਈ ਜਾਂਦੇ ਹਾਂ ਓਨਾ ਅਸੀਂ ਸੁੱਖ ਤੋਂ ਦੂਰ ਜਾ ਰਹੇ ਹਾਂ। ਜੇ ਉਹਦੇ ਨੇੜੇ ਆਓਗੇ, ਉਹਦੇ ਸੀਕ੍ਰੇਟਸ ਨੂੰ ਸਮਝੋਗੇ ਤੇ ਤੁਸੀਂ ਸੁਖੀ ਹੋ ਜਾਓਗੇ, ਤੁਹਾਡਾ ਭਲਾ ਹੋਏਗਾ। ਤੇ ਹੁਣ ਮੋਰ ਪੰਖ ਦੀ ਤੁਸੀਂ ਗੱਲ ਕੀਤੀ ਹੈ, ਦੇਖੋ ਇਹ ਬਿਨਾਂ ਮੋਰ ਨੂੰ ਮਾਰੇ ਜਿਹੜਾ ਆਪੇ ਪੰਖ ਚੜਿਆ ਹੈ, ਇਹ ਕੋਈ ਸਧਾਰਨ ਚੀਜ਼ ਨਹੀਂ ਹੈਗੀ। ਉਹ ਜਿਹੜੇ ਹਿੰਦੂ ਧਰਮ ਦੇ ਲੋਕ ਨੇ ਨਾ, ਉਹ ਕ੍ਰਿਸ਼ਨ ਭਗਵਾਨ ਜੀ ਨੂੰ ਭਗਵਾਨ ਕਹਿ ਕੇ ਪੂਜਾ ਕਰਦੇ ਹੈ, ਉਹਨੇ ਪੈਰਾਂ 'ਚ ਮੱਥਾ ਟੇਕਦੇ ਹੈ। ਇਹ ਮੋਰ ਪੰਖ ਉਹਨੇ ਸਿਰ ਦੇ ਉੱਪਰ ਹੈ। ਕੋਈ ਗੱਲ ਤੇ ਹੋਣੀ, ਕੋਈ ਕਹਾਣੀ ਤੇ ਹੋਣੀ ਹੈ ਕਿ ਉਹ ਤੁਹਾਨੂੰ ਦੱਸਣਾ ਇਹਦਾ ਕਮਾਲ ਕੀ ਹੈ। ਮੋਰ ਪੰਖ ਕੀ ਕਮਾਲ ਕੀ ਹੈ ਜੀ? ਪਹਿਲਾਂ ਤਾਂ ਇਹ ਦੱਸੋ ਵੀ ਇਹਦੇ 'ਚ એનર્ਜੀ ਹੈ, ਇੰਨੀ એનર્ਜੀ ਹੈ। ਤੁਸੀਂ ਇਹਦੇ ਨਾਲ ਪ੍ਰੇਅਰ ਕਰੋ, ਇਹ ਤੁਹਾਡੀ ਗੱਲ ਨੂੰ ਸਮਝਦਾ ਹੈ ਤੇ ਉਹਦੀ ਫੁੱਲਫਿਲਮੈਂਟ ਕਰਦਾ ਹੈ। ਤੁਸੀਂ ਕਹੋ ਕਿੱਦਾਂ ਮੰਨ ਲਈਏ? ਬਿਲਕੁਲ ਨਹੀਂ ਮੰਨਣਾ।
ਤੁਸੀਂ ਪਰਖ ਕੇ ਵੇਖੋ ਨਾ। ਹੁਣ ਇਹਦੀ એનર્ਜੀ ਦਾ ਮੈਂ ਤੁਹਾਨੂੰ ਪ੍ਰਮਾਣ ਦੇ ਦਿੰਦਾ, ਕਿੰਨੀ એનર્ਜੀ ਹੈ ਇਹਦੇ 'ਚ। ਇਹ ਬ੍ਰੇਨ ਨੂੰ ਪਤਾ ਨਹੀਂ ਲੱਗਦਾ ਮਿੱਤਰੋ, ਇਹ ਸਮਝ ਲੈਣਾ ਤੁਸੀਂ, ਤੁਹਾਡੀ ਬੋਡੀ ਨੂੰ ਪਤਾ ਲੱਗਦਾ ਹੈ ਕਿ ਕੁਝ ਹੋ ਗਿਆ। ਆਓ ਜਰਾ ਕੋਈ ਸੱਜਣ ਨੌਜਵਾਨ। ਜੀ ਸੋ ਇਸ ਵੇਲੇ ਜਿਹੜਾ ਮੋਰ ਦੇ ਖੰਭ ਨਾਲ ਜਿਹੜੀ ਇੱਕ ਲਾਈਵ ਐਕਸਪੈਰੀਮੈਂਟ ਹੈ, ਜਿਹੜੀ ਵੈਜੀ ਕਰਨ ਵਾਲੇ ਨੇ, ਪਹਾੜੀ ਵੈਦ ਨੇ, ਜਿਹੜੇ ਪਹਾੜਾਂ ਦੀ ਗੋਦ ਦੇ ਵਿੱਚ ਬੈਠ ਕੇ ਮਨੁੱਖਤਾ ਦਾ ਭਲਾ ਕਰਦੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਬਹੁਤੀ ਦੂਰ ਨਾ ਜਾਈਏ, ਸਿਰਫ ਮੋਰ ਦੇ ਜਿਹੜਾ ਆਪਣਾ ਜੀਵਨ ਤਿਆਗ ਚੁੱਕਿਆ, ਮਰ ਚੁੱਕਿਆ, ਉਹਦੇ ਖੰਭ ਨਾਲ ਕਿੰਨੀ ਪਾਵਰਫੁਲ ਖੰਭ ਹੈਗਾ, ਅੱਜ ਅਸੀਂ ਤੁਹਾਨੂੰ ਲਾਈਵ ਜਿਹੜਾ ਇਹ ਕਰਕੇ ਦਿਖਾਵਾਂਗੇ। ਪਹਾੜਾਂ ਦੇ ਵਿੱਚ ਅਸੀਂ ਆਏ ਹੋਏ ਹਾਂ, ਵੈਦ ਰਾਜੇਸ਼ ਕਪੂਰ ਜੀ ਸਾਡੇ ਨਾਲ ਨੇ। ਖੰਭ ਦੀ ਜਿਹੜੀ ਸ਼ਕਤੀ ਹੈਗੀ ਹੈ, ਉਹ ਅੱਜ ਤੁਹਾਡੇ ਸਾਹਮਣੇ ਅਸੀਂ ਲਾਈਵ ਐਕਸਪੈਰੀਮੈਂਟ ਜਿਹੜਾ ਉਹ ਕਰਕੇ ਦਿਖਾਣਾ ਹੈ। ਜੀ ਵੈਦ ਜੀ ਤੁਸੀਂ ਰੱਖੋ ਜੀ, ਮੈਂ ਜੀ ਪਹਿਲਾਂ ਇਸ ਤੋਂ ਬਿਨਾਂ ਕਰ ਜੀ। ਹੁਣ ਤੁਸੀਂ ਦੇਖੋ ਜੀ, ਸੌਖਾ ਜਿਹਾ ਕੰਮ ਹੈ। YouTube ਤੇ ਤੁਸੀਂ ਵੈਦ ਰਾਜੇਸ਼ ਕਪੂਰ ਲਿਖੋਗੇ, ਦੇਖੋਗੇ, ਤੁਹਾਨੂੰ ਮਿਲ ਜਾਏਗਾ ਮੇਰੇ ਕਈ ਵੀਡੀਓ, ਤੁਸੀਂ ਦੇਖੋ। ਇਹਦਾ ਨਾਂ ਅਸੀਂ ਰੱਖਿਆ ਹੈ એનર્ਜੀ ਟੈਕਨੀਕ। ਇਹ ਦੇਖੋ, ਮੈਂ ਹੱਥ ਦੱਬਣਾ ਇਹਨਾਂ ਦਾ, ਤੁਸੀਂ ਤਾਕਤ ਲਾਓ ਜੀ, ਰੋਕਿਓ। ਔਰ ਮੇਰੇ ਵਰਗੇ ਬੁੱਢੇ ਤੋਂ ਇੰਨਾ ਮਜ਼ਬੂਤ ਜਵਾਨ ਦਾ ਹੱਥ ਨਹੀਂ ਦੱਬਣਾ, ਹੈ ਨਾ ਜੀ। ਹੁਣ ਇਹ ਵੇਖੋ, ਮੈਂ 2 ਹੱਥਾਂ ਨਾਲ ਦੱਬਿਆ ਸੀ, ਇਹ ਮੈਂ ਪੰਖ ਫੜ ਲਿਆ ਜੀ। ਇਹ ਸਾਡਾ એનર્ਜੀ ਸੈਂਟਰ ਹੈ, ਰਿਸੈਪਟਰ ਹੈਗਾ ਹੈ ਬਹੁਤ ਵੱਡਾ। ਇੱਥੇ ਕੋਈ ਵੀ ਚੀਜ਼ ਲੱਗੀ ਤੇ એનર્ਜੀ ਚੰਗੀ ਜਾਂ ਬੁਰੀ ਅੰਦਰ ਚਲੀ ਗਈ ਤੁਹਾਡੇ, ਪਰ ਇਹ ਬ੍ਰੇਨ ਨੂੰ ਨਹੀਂ ਪਤਾ ਲੱਗਣਾ। ਇਹ ਦੇਖੋ ਜੀ, ਇਹ ਮੈਂ ਫੜਿਆ ਤੇ 2 ਹੱਥਾਂ ਨਾਲ ਦੱਬਿਆ ਸੀ ਮੈਂ ਇਹਨਾਂ ਦਾ ਹੱਥ। ਹੁਣ ਦੇਖੋ, ਸੌਖਾ ਜਿਹਾ ਦੱਬਤਾ ਮੈਂ। ਤੁਸੀਂ ਕਹੋਗੇ ਦੋਵੇਂ ਮਿਲੇ ਹੋਏ ਨੇ, ਆਪਣੇ ਘਰ 'ਚ ਦੇਖ ਲਓ ਕਰਕੇ। ਇੱਥੇ ਤੁਹਾਨੂੰ ਲੱਗ ਰਿਹਾ ਤੇ ਜਾਦੂ ਹੋਇਆ, ਜਾਦੂ ਜੁਦੂ ਕੁਛ ਨਹੀਂ, ਇਹ ਨੇਚਰ ਦੇ ਸੀਕ੍ਰੇਟਸ ਨੇ। ਇਹਨਾਂ ਨੂੰ ਸਮਝੋ ਤੇ ਆਪਣੀ ਜ਼ਿੰਦਗੀ 'ਚ ਫਾਇਦਾ ਚੁੱਕੋ। ਇਹ ਦੇਖੋ, ਆਰਾਮ ਨਾਲ ਦੱਬ ਗਿਆ। ਹੁਣ ਇਹ ਫੜਨਗੇ ਫਿਰ ਕੀ ਹੋਊ? ਫਿਰ ਤੇ ਇਹ ਹੋਊ ਜੀ, ਦੇਖੋ। ਸੋ ਇਹ ਲਾਈਵ ਤਜਰਬੇ ਨੇ, ਬੜੇ ਰੋਚਕ ਤਜਰਬੇ ਨੇ ਜਿਹੜੇ। ਕਰਨਾ ਕੀ ਹੈ ਤੁਸੀਂ ਇਹਦਾ, ਤੁਸੀਂ ਘਰ ਦੇ ਬਾਹਰ ਜਾਂਦੇ ਹੋ, ਥੋੜਾ ਇਹਦੇ ਨਾਲ 5-7 ਮੋਰ ਪੰਖ ਆਪੇ ਚੜ ਜਾਂਦੇ ਆ, ਚੱਕ ਕੇ ਘਰ 'ਚ ਮੁੱਠਾ ਬਣ ਕੇ ਰੱਖ ਲਓ। ਰੱਖਦੇ ਕਈ ਲੋਕ, ਐਦਾਂ ਝਾੜਾ ਦੇ ਲਓ, ਬਸ ਤੁਹਾਡੀ એનર્ਜੀ ਬੂਸਟ ਹੋ ਜਾਓ। ਲਓ ਜੀ, ਤੁਸੀਂ ਚਲੇ ਜਾਓ। ਤੁਸੀਂ ਵੈਸੇ ਜੀ ਝਾੜੇ ਦੀ ਗੱਲ ਕਰਦੇ ਹੋ, ਲੋਕ ਕਹਿਣਗੇ ਜੀ ਇਹ ਤਾਂ ਫਿਰ ਜਾਦੂ ਟੂਣੇ ਵਾਲੇ ਪਾਸੇ ਨੂੰ ਹੋ ਗਏ। ਜਾਦੂ ਟੂਣਾ ਨਹੀਂ ਜੀ ਹੈਗਾ। ਇਹਦਾ ਤੇ ਕੀ ਹੈ ਕਿ ਹਵਾ 'ਚ ਜਦ ਕੋਈ ਚੀਜ਼ ਐਦਾਂ ਹਿਲਾਉਂਦੇ ਅਸੀਂ, ਉਹਨੂੰ ਜੇ ਛੂ ਕੇ ਹਵਾ ਜਿਹੜੀ ਜਾਂਦੀ ਹੈ, ਪੋਜ਼ਿਟਿਵ ਔਰ ਨੈਗੇਟਿਵ એનર્ਜੀ ਉਹਦੇ ਨਾਲ ਆਉਂਦੀ ਹੈ ਜੀ। ਇਹ ਪੂਰਾ ਸਾਇੰਸ ਹੈਗਾ ਹੈ। ਤੁਸੀਂ ਕਰਕੇ ਵੇਖ ਲਓ, ਐਦਾਂ ਕਰੋ, એનર્ਜੀ ਵੱਧ ਜਾਊ। ਤੁਸੀਂ ਘਰ ਤੋਂ ਆਓ, ਬਾਹਰੋਂ ਆਓ, ਮੁੜ ਕੇ ਥੱਕੇ ਹੋ ਤੁਸੀਂ, ਇਸ ਤਰ੍ਹਾਂ ਬੱਚਿਆਂ ਨੂੰ ਸਕੂਲ ਤੋਂ ਆਇਆ ਐਦਾਂ 2-4 ਮਿੰਟ ਕਰ ਦਿਓ, ਤੁਸੀਂ ਦੇਖੋਗੇ ਉਹਨੇ એનર્ਜੀ ਵੱਧ ਗਈ, ਤੁਰੰਤ ਥਕਾਵਟ ਘਟ ਗਈ। ਕਰਕੇ ਵੇਖ ਲਓ ਨਾ। ਉਹ ਤੁਸੀਂ ਤੇ ਦੱਸ ਰਹੇ ਸੀ, ਘਰ 'ਚ ਲਾ ਦਿਓ, ਦੀਵਾਰ ਤੇ 5-7 ਮੋਰ ਪੰਖ ਚਿਪਕਾ ਦਿਓ, ਛਿਪਕਲੀ ਭੱਜ ਜਾਊ। ਉਹਦੀ ਨੈਗੇਟਿਵ એનર્ਜੀ ਹੈ, ਪੋਜ਼ਿਟਿਵ ਹੈ, ਘਰ 'ਚ ਥੋੜਾ ਚੰਗਾ ਵਾਤਾਵਰਣ ਬਣ ਜਾਊ। ਸੋ ਵੈਦ ਜੀ, ਅਸੀਂ ਜਿਨ੍ਹਾਂ ਤੇ ਐਕਸਪੈਰੀਮੈਂਟ ਹੋਇਆ ਸੀ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਅਮਿਤ ਕੁਮਾਰ ਹੈ ਜੀ। ਅਮਿਤ ਜੀ, ਕੀ ਹੋਇਆ ਸੀ? ਇਹਨਾਂ ਨੇ ਪੂਰਾ ਮੋਰ ਦੇ ਖੰਭ 'ਚ ਹੈਗਾ ਸੀ। ਤੁਸੀਂ, ਇਹਨਾਂ ਦੀ ਉਮਰ 70 ਸਾਲ ਤੋਂ ਉੱਪਰ, ਤੇ ਤੁਸੀਂ ਮੈਨੂੰ ਲੱਗਦਾ ਹੈ ਜੇ 20-22 ਸਾਲਾਂ ਦੇ ਜਵਾਨ, ਤੇ ਉਹ ਓਬਵੀਅਸਲੀ ਗੱਲ ਹੈ ਕਿ ਉਹ ਤੁਹਾਨੂੰ ਨਹੀਂ ਕਰ ਸਕਣਗੇ। ਕਿਵੇਂ ਹੋਇਆ? ਹਾਂਜੀ, ਪੂਰੇ ਮੋਰ ਦੇ ਖੰਭਾਂ ਨਾਲ ਹੋਇਆ ਜੀ। ਕੀ ਹੋਇਆ? ਹਾਂਜੀ, ਪਹਿਲਾਂ ਜਾਨ ਲਗਾਈ ਸੀ ਤੁਸੀਂ? ਪੂਰੀ ਲਾਈ ਸੀ ਜੀ ਆਪਦੀ ਜਾਨ। ਅੱਛਾ, ਪਹਿਲਾਂ ਬਿਲਕੁਲ ਉਹ ਨੀਚੇ ਕਰ ਗਏ, ਜਦੋਂ ਮੋਰ ਦਾ ਖੰਭ ਫੜ ਕੇ ਫੜਿਆ ਫਿਰ ਉਹਦੇ ਆਰਾਮ ਨਾਲ ਥੱਲੇ ਹੋ ਗਿਆ ਜੀ। ਅੱਛਾ, ਆਰਾਮ ਨਾਲ ਹੇਠ। ਹਾਂਜੀ, ਕਮਾਲ ਦੀ ਗੱਲ ਹੈ ਜੀ ਵੈਦ ਜੀ। ਮਤਲਬ ਫਿਰ ਇਹ ਜਿਹੜੀਆਂ ਸਾਡੀਆਂ ਇਹ ਗੱਲਾਂ ਨੇ, ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲੀਆਂ ਨੇ ਵੈਦ ਜੀ, ਸਾਨੂੰ ਸੰਸਕ੍ਰਿਤ ਤੋਂ ਮਿਲੀਆਂ ਨੇ, ਆਪਣੇ ਸੰਸਕਾਰ ਤੋਂ ਮਿਲੀਆਂ ਨੇ, ਸਾਨੂੰ ਵੈਦਾਂ ਦੇ ਵਿੱਚੋਂ ਇਹ ਗੱਲਾਂ ਮਿਲੀਆਂ ਨੇ, ਤੇ ਫਿਰ ਇਹ ਗਾਇਬ ਕਿੱਥੇ ਹੋ ਗਈਆਂ? ਕੌਣ ਇਹਨਾਂ ਨੂੰ ਲੁਕਾ ਕੇ ਲੈ ਗਿਆ? ਐਡੀਆਂ ਜ਼ਬਰਦਸਤ, ਇੰਨੀਆਂ ਪਾਵਰਫੁਲ ਜਿਹੜੀਆਂ ਸਮਝਾਂ, ਜਿਨ੍ਹਾਂ ਨੂੰ ਹੁਣ ਦੇਖ ਕੇ ਮੈਂ ਕਹਿੰਦਾ ਜੇ ਅਸੀਂ ਨਾਸਾ ਦੇ ਵਿਗਿਆਨੀਆਂ ਨੂੰ ਦਿਖਾ ਦਈਏ ਤੇ ਉਹ ਤਾਂ ਆਪਣਾ ਸਿਰ ਫੜ ਕੇ ਬੈਠ ਜਾਣਗੇ ਜੀ। ਇਹ ਤੁਹਾਡੀ ਗੱਲ ਬੜੀ ਮਹੱਤਵਪੂਰਨ ਹੈ ਜੀ। ਗਾਇਬ ਕਿੱਥੇ ਹੋ ਗਈ ਐਸੀ ਚੀਜ਼ਾਂ? ਇੱਕ ਥੋੜੀ ਹਜ਼ਾਰਾਂ ਚੀਜ਼ਾਂ ਹੈ। ਇਹਦੀ ਜਿਹੜੀ ਮੈਂ ਐਪਲੀਕੇਸ਼ਨ ਹੈ ਉਹ ਥੋੜੀ ਮੈਨੂੰ ਮਿਲ ਗਈ। ਬਾਕੀ ਇਹਦੇ ਬਾਰੇ 'ਚ ਇਸ ਤਰ੍ਹਾਂ ਦੀ ਖੋਜ એનર્ਜੀ ਦੇ ਸਤਰ 'ਤੇ ਇਸ ਤਰ੍ਹਾਂ ਕੋਈ ਲਿਖਿਆ ਨਹੀਂ ਹੋਇਆ ਕਿਤੇ। ਇਹ ਤਾਂ ਸਾਨੂੰ ਸਮਝ ਆ ਗਿਆ ਬਸ ਕਿਸੇ ਤਰ੍ਹਾਂ, ਉਹ ਰੱਬ ਦੀ ਮਿਹਰ ਸਮਝ ਲਓ। ਪਰ ਇੱਦਾਂ ਦੀ ਬਹੁਤ ਚੀਜ਼ਾਂ ਹੈਗੀਆਂ। ਇਹ ਗਾਇਬ ਕਿੱਦਾਂ ਹੋਈਆਂ ਜੀ? ਉਹ ਤੁਹਾਨੂੰ ਪਤਾ ਹੈ ਨਾ, ਮੈਕਾਲੇ ਨੇ ਕੀ ਕੀਤਾ ਸੀ? ਹਿੰਦੁਸਤਾਨ ਨੂੰ ਕਬਜ਼ਾ ਕਰਨਾ ਹੈ ਤੇ ਇੱਥੇ ਦੇ ਗੁਰੂਕੁਲ ਸਿਸਟਮ ਖਤਮ ਕਰ ਦਿਓ। ਉਹ ਸਿਸਟਮ ਖਤਮ ਕਰਤਾ ਤੇ ਐਜੂਕੇਸ਼ਨ ਸਿਸਟਮ ਦੇ ਦਿੱਤਾ। ਤੁਹਾਨੂੰ ਬਿਲਬਰ ਫੋਰਸ ਦਾ ਨਾਮ ਪਤਾ ਹੈ ਨਾ? ਉਹਨੇ ਉੱਥੇ ਸੰਸਦ 'ਚ ਕਿਹਾ ਸੀ ਕਿ ਹਿੰਦੁਸਤਾਨ ਨੂੰ ਜੇ ਬਰਬਾਦ ਕਰਨਾ ਹੈ, ਕੁਝ ਕਰਨਾ ਹੈ, ਉੱਥੇ ਜੀ ਐਜੂਕੇਸ਼ਨ ਨੂੰ ਬਦਲੋ, ਅੰਗਰੇਜ਼ੀ ਸਿਸਟਮ ਦਿਓ। ਤੇ ਬਿਲਬਰ ਫੋਰਸ ਤੋਂ ਬਾਅਦ ਮੈਕਾਲੇ ਨੇ ਮਿਲ ਕੇ ਸਾਰਾ ਕੀਤਾ ਹੈ। ਸਾਡੀ ਨੌਲੇਜ, ਸਾਡੀ ਪਰੰਪਰਾ, ਸਾਡਾ ਨੌਲੇਜ, ਰਿਚ ਨੌਲੇਜ ਸਾਤੋਂ ਖੋਹ ਲਈ। ਉਹ ਜਿਹੜੇ ਪੜ੍ਹਨ ਦੇ ਨਾਂ 'ਤੇ ਸਾਨੂੰ ਅਨਪੜ੍ਹ ਬਣਾ ਦਿੱਤਾ। ਤੇ
ਤੁਸੀਂ ਇੱਕ ਲੱਕੜ ਵੀ ਦਿਖਾਈ ਸੀ ਮੈਨੂੰ, ਰਸ਼ੀਅਨ ਲੱਕੜ ਦੀ ਤੁਸੀਂ ਬੜੀ ਕਾਰਾਗਰੀ ਦਿਖਾਈ ਸੀ। ਤੇ ਮੈਂ ਇਹ ਜਿਹੜਾ ਲੱਕੜ ਹੈਗੀ ਹੈ ਜਿਹੜੀ ਵੈਦ ਜੀ ਅਸੀਂ ਤੁਹਾਡੇ ਨਾਲ ਦਿਖਾਵਾਂਗੇ, ਇਹ ਉਹ ਲੱਕੜ ਹੈ 300 ਸਾਲ ਪੁਰਾਣੇ 1500 ਸਾਲ ਪੁਰਾਣੇ ਦਰਖਤ ਦੀ ਇਹ ਲੱਕੜ ਹੈ। ਤੇ ਵੈਦ ਜੀ ਦਾ ਇਹ ਦਾਅਵਾ ਹੈ ਕਿ ਇਸ ਲੱਕੜ ਦੇ ਨਾਲ ਉਹ ਚੀਜ਼ਾਂ ਨੂੰ ਅਸੀਂ ਅੰਜਾਮ ਦੇ ਸਕਦੇ ਹਾਂ, ਉਹ ਬਿਮਾਰੀਆਂ, ਉਹ ਟੈਨਸ਼ਨ, ਉਹ ਸਮੱਸਿਆਵਾਂ ਨੂੰ ਅਸੀਂ ਤਰੀਕੇ ਨਾਲ ਦੂਰ ਕਰ ਸਕਦੇ ਹਾਂ। ਔਰ ਇਹਨਾਂ ਦਾ ਇੱਕ ਹੋਰ ਵੱਡਾ ਕਹਿਣਾ ਹੈ, ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਲੱਕੜ ਨੂੰ ਉਬਾਲ ਕੇ ਤੇ ਪਾਣੀ ਨਾਲ ਨਹਾ ਲਈਏ ਤਾਂ ਜਿਹੜੀ એનર્ਜੀ ਲੈਵਲ ਹੈ ਉਹ ਕਈ ਗੁਣਾ ਵੱਧ ਜਾਂਦਾ ਹੈ। ਸੋ ਇਹਦੇ ਨਾਲ ਵੀ ਅਸੀਂ ਐਕਸਪੈਰੀਮੈਂਟ ਹੈ ਜਿਹੜਾ ਉਹ ਕਰਕੇ ਦੇਖਾਂਗੇ। ਤੇ ਜੀ ਇਹ ਕੀ ਚੀਜ਼ ਹੈ ਜੀ, ਪਹਿਲਾਂ ਤਾਂ ਦੱਸੋ। ਤੁਹਾਡੇ ਕੋਲ ਇਹ ਕੋਈ ਮੇਰਾ ਰਿਸਰਚ ਨਹੀਂ ਹੈਗੀ, ਮੈਨੂੰ ਤੇ 2 ਸਾਲ ਮਿਹਨਤ ਕਰਕੇ ਮਿਲ ਗਿਆ। ਤੁਸੀਂ ਕਿਤਾਬ ਪੜ੍ਹਿਓ, ਨੈੱਟ ਦੇ ਉੱਪਰ ਦੇਖਿਓ, ਰਿੰਗਿੰਗ ਸਿਡਾਰ ਆਫ ਰਸ਼ੀਆ। ਉਹ ਰਿੰਗਿੰਗ ਸਿਡਾਰ ਆਫ ਰਸ਼ੀਆ ਦੀ 10 ਕਿਤਾਬਾਂ ਹੈਗੀ, ਇੱਕ ਕਿਤਾਬ ਪੜ੍ਹੋ। ਉਹ ਐਨਸਤਾਸ਼ੀਆ ਨਾਂ ਦੀ ਇੱਕ ਹੈਗੀ ਹੈ ਜਨਾਨੀ, ਉਹ ਦੱਸਦੀ ਹੈ ਮੇਰੇ ਗੁਰੂ ਇਹਦੇ ਕਰਕੇ 300 ਸਾਲ ਦੇ ਹੋਏ ਸੀ, ਇਸ ਪੇੜ ਕਰਕੇ। ਇਸ ਸਿਡਾਰ ਦਾ ਮਤਲਬ ਹੁੰਦਾ ਮਤਲਬ ਉਹਨਾਂ ਦੀ ਉਮਰ 300 ਸਾਲ ਹੋਈ? 300 ਸਾਲ 290 ਸਾਲ ਦੇ ਹੋਏ ਸੀ ਉਹ ਜਨਾਨੀ ਦਾ ਕਹਿਣਾ। ਉਹਦਾ ਆਪਣੀ ਉਮਰ ਵੀ ਪਤਾ ਨਹੀਂ ਕਿੰਨੀ ਹੈ, ਜੰਗਲਾਂ 'ਚ ਰਹਿੰਦੀ ਹੈ, ਕਿੱਥੇ ਰਹਿੰਦੀ ਹੈ? ਸਿਡਾਰ ਦੇ ਜੰਗਲਾਂ 'ਚ। ਸਿਡਾਰ ਦਾ ਮਤਲਬ ਹੁੰਦਾ ਹੈ ਦੇਵਦਾਰ। ਤੇ ਦੇਵਦਾਰ ਜਿਹੜਾ ਹੈ ਮੇਰਾ ਆਪਣਾ, ਜਿਹੜੇ ਘਰ 'ਚ ਲੱਕੜ ਮੇਰੇ ਲੱਗੀ ਹੈ, ਮੇਰੇ ਆਪਣਾ ਦੇਵਦਾਰ ਹੈ 20 25 30 ਸਾਲ ਦਾ। ਸਾਨੂੰ ਚਾਹੀਦਾ ਹੈ 1500 ਸਾਲ ਦਾ। ਮੈਂ 2 ਸਾਲ ਤੋਂ ਲੱਭ ਰਿਹਾ ਸੀ, ਮੈਨੂੰ ਇੱਕ ਜਗ੍ਹਾ ਮਿਲ ਗਿਆ। ਜੇ ਮੈਨੂੰ ਕਿਸੇ ਨੂੰ ਦੱਸ ਦਿਆਂਗੇ ਤਾਂ ਪੇੜ ਦਾ ਤਾਂ ਡੱਕਾ ਨਹੀਂ ਮਿਲਣਾ ਕਿਤੇ, ਇਸ ਲਈ ਮੈਂ ਕਿਸੇ ਨੂੰ ਦੱਸਦਾ ਨਹੀਂ। ਪਰ ਇਹ ਤੁਸੀਂ ਕਮਾਲ ਦੇਖੋ, ਤੁਸੀਂ ਇੱਥੇ ਲਾ ਲਓ, ਅੱਧੇ ਘੰਟੇ ਬਾਅਦ ਤੁਹਾਡੀ એનર્ਜੀ ਬੂਸਟ ਹੋ ਜਾਓ, ਡਿਪਰੈਸ਼ਨ ਗਾਇਬ ਹੋ ਜਾਓ। ਹਾਰਟ ਅਟੈਕ ਹੋ ਰਿਹਾ, ਇੱਥੇ ਲਾ ਲਓ, ਤੁਸੀਂ ਦੀ એનર્ਜੀ ਦਾ ਕਮਾਲ ਵਿਖਾਈਏ। ਇੱਕ ਹੋਰ ਨੌਜਵਾਨ ਸਾਡੇ ਨਾਲ ਹੈਗੇ, ਦੇਖੋ, ਤੇ ਇਹਨਾਂ ਦੇ ਉੱਪਰ ਪ੍ਰਯੋਗ ਕਰਨੇ ਆ। ਇਹ ਹਥੇਲੀ ਤੇ ਲਾਵਾਂਗੇ ਤੇ ਅਸਰ ਵਧੇਗਾ, ਇੱਥੇ ਫੜ ਕੇ ਜ਼ਿਆਦਾ ਅਸਰ ਨਹੀਂ ਹੋਣਾ, ਥੋੜਾ ਹੀ ਹੋਊ। ਆਓ ਜੀ, ਕਰੋ ਹੱਥ ਸਿੱਧਾ, ये देखो, ताकत लगाओ जी पूरी। हाँ, अब लगाइए, आपने ताकत पहले लगाई नहीं थी, अब लगाई। अब आप देखिए हमारा ये जड़ा साडा है ना जी, ये साडा एनर्जी सेंटर है, रिसेप्टर हैगा है पैरों के तले च, नाभि च, इदा नक च, जीभ ते, इत्थे तालू ते, इत्थे साडे रिसेप्टर हैगे ने। ये भी साडा रिसेप्टर है। जब असी रोटी मद्रासी लोग इस तरह खाने हैं ना मसल के, जिन्ना साइंटिफिक तरीका वो हैगा है। पंजाबी तो मजाक उड़ाएगा साडा, पर तुसी मजाक मेरा उड़ा लाओ, पर साइंस नूं समझ लाओ। इत्थे छूण तो बाद रोटी का स्वाद वध गया, वो तुहाडी लाइफ नूं बता देगा इत्थे छूण नाल। क्यों मद्रासी का तरीका चंगा है, इस चट्टण का मामला तो मजबूरी का है, वो वग गया। तो वैसे रोटी इत्थे छूनी चाहिए है। खैर वो गल छड्डो, इत्थे मैं फड़ लिया। हुण तुसी मेरी ताकत देखो कितनी है, ये देखो, पूरी ताकत लाओ जी तुसी। ये देखो, मैं एक उंगल नाल दबांगा जी, ये देखो, तुसी विश्वास नहीं करोगे। ये देखो, ये 1500 साल पुराने इस देवदार का कमाल है। ये जेब च रखोगे तो एनर्जी लेवल बढ़ेगा नहीं, वो बढ़ना ही बढ़ना है। ਤੇ ਇਹਨਾਂ ਕੋਲ ਵੀ ਤੇ ਅਸੀਂ ਪਤਾ ਕਰ ਲਿਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਮਨਪ੍ਰੀਤ। ਮਨਪ੍ਰੀਤ, ਕੀ ਹੋਇਆ ਸੀ ਜੀ? ਇਹ ਲੱਕੜ ਨਾਲ ਫੜਦੇ ਹੀ ਜਦੋਂ ਇਹਨਾਂ ਨੇ ਹੱਥ, ਤੁਸੀਂ ਜਾਨ ਲਾਈ ਪਹਿਲਾਂ? ਹਾਂਜੀ ਹਾਂਜੀ, ਪਹਿਲਾਂ ਪੂਰਾ ਜ਼ੋਰ ਲਾਇਆ? ਪੂਰਾ ਜ਼ੋਰ ਲਾਇਆ, ਫੁੱਲ ਜ਼ੋਰ ਅਜ਼ਮਾਇਸ਼ ਕੀਤੀ ਜੀ। ਇਹਨਾਂ ਦੀ ਉਮਰ ਤੇ ਆਪਣੀ ਉਮਰ 'ਚ ਫਰਕ ਦੇਖ ਰਹੇ ਹੋ? ਜੀ ਜੀ, ਬਿਲਕੁਲ ਬਿਲਕੁਲ। ਤੇ ਫਿਰ ਪਹਿਲਾਂ ਤਾਂ ਪੂਰਾ ਜ਼ੋਰ ਉਹਨਾਂ ਨੇ ਲਾਇਆ, ਨਹੀਂ ਹੋਇਆ, ਤੇ ਜਦੋਂ ਉਹਨਾਂ ਨੇ ਰਿਸੈਪਟਰ ਦੇ ਉੱਤੇ ਕੰਮ ਕਰਕੇ ਗੱਲ ਕੀਤੀ ਤੇ ਉਹ ਮੈਨੂੰ ਲੱਗਦਾ ਉਂਗਲ ਨਾਲ ਤੁਹਾਨੂੰ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। 70 ਸਾਲ ਤੋਂ ਜ਼ਿਆਦਾ ਦੀ ਉਮਰ ਹੈਗੀ ਇਹਨਾਂ ਦੀ, ਵੈਦ ਕਪੂਰ ਜੀ ਉਹਨਾਂ ਦੀ। ਤੇ ਉਹਨਾਂ ਨੇ ਬਾ ਕਮਾਲ ਦੇ ਜਿਹੜੇ ਕੁਦਰਤ ਦੇ ਜਿਹੜੇ ਵੱਲ ਹੈਗੇ ਨੇ, ਕੁਦਰਤ ਦੇ ਜਿਹੜੇ ਢੰਗ ਤਰੀਕੇ ਹੈਗੇ ਨੇ, ਕੁਦਰਤ ਸਾਨੂੰ ਕਿਵੇਂ ਠੀਕ ਰੱਖ ਸਕਦੀ ਹੈ, ਇਹ ਤੁਹਾਨੂੰ ਲਾਈਵ ਕਰਕੇ ਦਿਖਾਇਆ। ਵੈਦ ਜੀ, ਮਤਲਬ ਇਹ ਚੀਜ਼ਾਂ ਜਿਹੜੀਆਂ ਅਸੀਂ ਗੱਲਬਾਤ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਸਾਡੇ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਸਾਡੇ ਘਰਾਂ ਦੇ ਵਿੱਚ ਜਿਹੜੇ ਬੂਟੇ ਨੇ ਜਾਂ ਦਰਖਤ ਨੇ ਜਾਂ ਜਿਹੜੇ ਅਸੀਂ ਗਮਲਿਆਂ ਦੇ ਵਿੱਚ ਸਜਾਵਟੀ ਫੁੱਲ ਰੱਖਦੇ ਹਾਂ, ਉਹ ਜੈਨੇਟਿਕਲੀ ਮੋਡੀਫਾਈ ਹੋ ਕੇ ਸਾਡੇ ਕੋਲ ਆ ਗਏ ਤੇ ਉਹ ਸਾਨੂੰ ਫਾਇਦਾ ਦੇਣ ਦੀ ਥਾਂ ਤੇ, ਖੁਸ਼ਬੂ ਦੇਣ ਦੀ ਥਾਂ ਤੇ ਸਾਡੀ ਸਿਹਤ ਨਾਲ ਖਿਲਵਾੜ ਨੇ। ਉਹ ਇਹ ਦੇਖੋ ਜੀ, ਬਹੁਤ ਵੱਡੀ ਗੱਲ ਤੁਸੀਂ ਕਹਿਤੀ। ਜਿਹੜਾ ਗਰੁੱਪ ਸਾਨੂੰ ਸਾਰਿਆਂ ਨੂੰ ਬਿਮਾਰ ਕਰਨਾ ਚਾਹੁੰਦਾ, ਉਹਦਾ ਇੱਕ ਤਰੀਕਾ ਨਹੀਂ ਹੈਗਾ। ਸਾਡੇ ਹੱਥੋਂ ਹੁਣ ਜਿਹੜੀ ਲੜਾਈ ਜੀ, ਤੋਪ ਬੰਦੂਕ ਦੀ ਲੜਾਈ ਨਹੀਂ ਹੈਗੀ, ਹੁਣ ਬ੍ਰੇਨ ਦੀ ਲੜਾਈ ਹੈ। ਉਹ ਕੀ ਕਰਦੇ, ਸਾਡੇ ਹੱਥੋਂ ਸਾਨੂੰ ਮਰਵਾ ਦਿੰਦੇ ਹੈ, ਸਾਡੇ ਖਰਚਾ ਕਰਵਾ ਕੇ। ਤੁਸੀਂ ਜਿੰਨੇ ਐਗਜ਼ੋਟਿਕ ਪਲਾਂਟ ਲਾਏ, ਇੱਕ ਨੂੰ ਛੱਡ ਕੇ ਸਾਰੇ ਪਲਾਂਟ ਐਸੇ ਜਿਹੜੇ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਹੈ, ਜਿਹੜੇ ਪਾਣੀ ਨੂੰ ਜ਼ਹਿਰੀਲਾ ਬਣਾ ਰਹੇ, ਤਾਂ ਤੁਹਾਡੇ ਝਗੜੇ ਕਰਵਾ ਰਹੇ ਹੈ। ਅਸੀਂ ਅਸ਼ੋਕ ਦਾ ਜਿਹੜਾ ਪੇੜ ਹੈ, ਜਿਹੜਾ ਤੁਸੀਂ ਐਗਜ਼ੋਟਿਕ ਲਾਇਆ, ਇੱਕ ਘਰ 'ਚ ਕਟਵਾਤਾ छत्तीसगढ़ से। कटवान तो बाद में पूछा भाई की होया असर, तो उन्हें पता की जवाब दिता, मेरा तो मेरी वोटी की लड़ाई बंद हो गई।
ਤੁਸੀਂ ਦੇਖੋ ਮੁੱਲਿਆਂ 'ਚ ਝਗੜੇ ਹੋਈ ਜਾਂਦੇ ਨੇ ਬੂਟਿਆਂ ਕਰਕੇ। ਮੈਂ ਤੁਹਾਨੂੰ ਉਨ ਬੂਟਿਆਂ ਦਾ ਦੱਸ ਦਿਆ, ਛੋਟੇ ਬੂਟੇ ਹੋਣ ਵੱਡੇ ਹੋਣ, ਜਿੰਨੇ ਐਗਜ਼ੋਟਿਕ ਪਲਾਂਟ ਹੈਗੇ ਨੇ ਸਾਰੇ ਦੇ ਸਾਰੇ ਜੈਨੇਟਿਕਲੀ ਮੋਡੀਫਾਈਡ ਨੇ, ਤੁਹਾਨੂੰ ਨੁਕਸਾਨ ਕਰਦੇ ਆ। ਆਪਾਂ ਨੂੰ ਤਰੀਕਾ ਦੱਸ ਦਿੰਨੇ ਆ। ਇੱਕ ਬੂਟੇ ਤੇ ਕਰੋੜਾਂ ਡਾਲਰ ਲੱਗਦੇ ਖਰਾਬ ਕਰਨ ਨੂੰ, ਤੁਸੀਂ ਉਹਨੂੰ ਰਿਵਰਟ ਕਰ ਸਕਦੇ ਹੋ, ਵਾਪਸ ਕਰ ਸਕਦੇ ਹੋ ਕੁਦਰਤੀ ਤਰੀਕੇ ਨਾਲ। ਕੁਦਰਤੀ ਤਰੀਕੇ ਨਾਲ। ਇੱਕ ਪੈਸਾ ਨਹੀਂ ਤੁਹਾਡਾ ਲੱਗਣਾ। ਆਓ ਜੀ ਕੋਈ ਸੱਜਣ ਆ ਜਾਣ, ਮੈਂ ਇੱਥੇ ਕਰਕੇ ਵਿਖਾਣਾ। ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਬੂਟਾ ਸਾਡੇ ਕੋਲ ਇੱਕੋ ਹੀ ਹੈ ਜਿਹੜਾ ਕੋਈ ਨੇਪੀਅਰ ਦਾ ਕੋਈ ਜਾਤੀ ਦਾ ਬੂਟਾ ਲੱਗਦਾ ਹੈ, ਜਿਹੜੀ ਅਸੀਂ ਆਪਣੇ ਡੰਗਰਾਂ ਨੂੰ ਖਵਾਉਂਦੇ ਆ। ਇਹ ਲੱਗਦਾ ਹੈ ਕੋਈ ਨੇਪੀਅਰ ਦੀ ਵੈਰਾਈਟੀ ਹੈਗੀ ਹੈ ਨਾ, ਪਰ ਇਹਦੀ ਨੈਗੇਟਿਵ ਹੈਗਾ ਹੈ, ਚੰਗਾ ਨਹੀਂ ਬੁਰਾ ਹੈਗਾ ਹੈ। ਅਸੀਂ ਇਹ ਦੇਖਿਆ, ਇਹਨੂੰ ਬਦਲਣਾ ਹੈ ਅਸੀਂ। ਹਾਲੇ ਤੱਕ ਮੈਂ ਕਰਕੇ ਨਹੀਂ ਇਸ ਬੂਟੇ ਨੂੰ ਦੇਖਿਆ, ਆਪਾਂ ਦੇਖਦੇ ਹਾਂ ਕੀ ਹੁੰਦਾ ਹੈ। ਆਓ ਜੀ ਜ਼ਰਾ ਇਹਨੂੰ ਫੜੋ। ਹੁਣ ਆਪਣੇ ਹੱਥ ਦੀ ਤਾਕਤ ਲਾਓ, ਤੁਸੀਂ ਪੂਰੀ ਤਾਕਤ ਲਾਓ। ਤੇ ਜੇ ਇਹ ਬੁਰਾ ਬੂਟਾ ਹੈ ਫਿਰ ਤੇ ਇਹਨਾਂ ਦੀ ਤਾਕਤ ਇੰਨੀ ਕੁ ਰਹਿ ਜਾਣੀ ਹੈ ਬਸ। ਇਹ ਲਾਓ, ਮੁੱਕ ਗਈ। ਇਹ ਦੇਖੋ, ਤੁਸੀਂ ਕਹੋਗੇ ਮਿਲੇ ਹੋਣਗੇ, ਕਰਕੇ ਦੇਖੋ ਜੀ ਆਪਣੇ ਚ ਘਰ ਚ ਵੀਰ ਜੀ। ਹੁਣ ਤੁਸੀਂ ਛੱਡ ਦਿਓ ਜੀ, ਹੁਣ ਵੇਖੋ। ਤੇ ਮੈਨੂੰ ਤਾਂ ਕੋਈ ਸ਼ੱਕ ਨਹੀਂ ਰਿਹਾ, ਤੁਸੀਂ ਆਪਣਾ ਸ਼ੱਕ ਦੂਰ ਕਰ ਲੈਣਾ। ਮੈਂ ਤਾਂ DNA ਹੁਣ ਬਦਲਣ ਲੱਗਾ। ਜੇ ਤੇ ਕਰੋੜਾਂ ਰੁਪਇਆ ਉਹਨਾਂ ਨੇ ਲਾਇਆ ਹੈ, ਉਹਦਾ DNA ਮੈਂ ਬਿਨਾਂ ਪੈਸੇ ਦੇ ਖਰਚ ਦੇ ਬਦਲ ਰਿਹਾ 1 ਸੈਕਿੰਡ 'ਚ। ਤੁਸੀਂ ਕਹੋਗੇ ਕੀ ਕੀਤਾ ਹੈ, ਬਾਅਦ 'ਚ ਦੱਸਾਂਗੇ। ਲਓ ਜੀ, ਹੁਣ ਤੁਸੀਂ ਫੜੋ ਜਰਾ ਇਸ ਨੂੰ। ਇਹ ਉਹੀ ਬੂਟਾ ਹੈ ਜਿਹਦੇ ਨਾਲ ਇਹਨਾਂ ਦੀ ਤਾਕਤ ਇੰਨੀ ਘੱਟ ਸੀ, ਮੈਂ ਉਂਗਲੀ ਨਾਲ ਦੱਬਤਾ ਸੀ। ਹੁਣ ਮੈਂ ਪੂਰੇ ਹੱਥ ਨਾਲ ਦੱਬਣ ਲੱਗਾ। ਮੇਰਾ ਕਹਿਣਾ ਹੈ, ਮੇਰਾ ਕਲੇਮ ਹੈ, ਮੇਰਾ ਦਾਵਾ ਹੈ, ਇਹਦਾ DNA ਬਦਲ ਗਿਆ। ਸਾਲ ਬਾਅਦ ਦੇਖੋ, 10 ਸਾਲ ਬਾਅਦ ਦੇਖੋ, ਇਹਦਾ DNA ਬਦਲ ਚੁੱਕਿਆ ਹੈ। ਕੀ ਕਰਨਾ ਹੈ, ਦੁਨੀਆ ਦੀ ਕੋਈ ਵੀ ਤੁਲਸੀ ਲੈ ਆਓ, 25 ਤਰ੍ਹਾਂ ਦੀ ਤੁਲਸੀ ਹੈ ਜਿਹਦੇ 'ਚ ਤਿੱਖੀ ਖੁਸ਼ਬੂ ਹੋਏ, ਸਮੈਲ ਹੋਏ, ਉਹ ਜੰਗਲੀ ਹੋਏ। ਕੋਈ 25-27 ਤਰ੍ਹਾਂ ਦੀ ਤੁਲਸੀ ਹੈ। ਨਕਲੀ ਹੋਏਗੀ ਫਿਰ ਕੰਮ ਨਹੀਂ ਹੋਣਾ, ਉਹਦੇ ਖੁਸ਼ਬੂ ਨਹੀਂ ਹੋਣੀ। ਬਾਹਰ ਤੋਂ GM ਤੁਲਸੀ ਵੀ ਆ ਗਈ ਹੈ, ਧਿਆਨ ਰੱਖਿਓ। ਇਹ ਤੁਲਸੀ ਲੈ ਕੇ ਇੱਦਾਂ ਛੂਹ ਦਿਓ, ਇੱਦਾਂ ਲਾ ਦਿਓ ਤੇ ਪ੍ਰਾਰਥਨਾ ਕਰ ਦਿਓ ਜੀ ਠੀਕ ਹੋ ਜਾਓ। ਬਸ ਤੁਹਾਡੀ ਕੋਈ ਗਲਤੀ ਨਹੀਂ, ਤੁਸੀਂ ਠੀਕ ਹੋ ਜਾਓ। ਬੂਟਾ ਠੀਕ ਹੋ ਗਿਆ। ਮੈਂ ਕਹਿੰਦਾ, ਉਹ ਤੁਸੀਂ ਪੰਜਾਬੀ 'ਚ ਕਹਿੰਦੇ ਹੋ ਨਾ, ਕਿੱਤੀ ਕਰਾਈ 'ਚ ਪਾਣੀ ਫੇਰਤਾ। ਇਹ ਜਿਹੜੇ ਸਾਨੂੰ ਬਰਬਾਦ ਕਰਨ ਲਈ ਇੰਨਾ ਪੈਸਾ ਖਰਚਦੇ ਆ, ਉਹਨਾਂ ਦੀ ਕਿੱਤੀ ਕਰਾਈ 'ਚ ਆਪਾਂ ਹਿੰਦੁਸਤਾਨੀਆਂ ਨੇ ਪਾਣੀ ਫੇਰਨਾ ਹੀ ਹੈ। ਤੁਸੀਂ ਮੈਨੂੰ ਸਹਿਯੋਗ ਕਰੋ, ਆਪਾਂ ਦੱਸੀ ਜਾਵਾਂਗੇ, ਤੁਸੀਂ ਕਰੀ ਜਾਓ। ਸਤਿ ਸ੍ਰੀ ਅਕਾਲ ਜੀ। ਜੀ ਮਾਫ ਕਰਨਾ, ਅਸੀਂ ਤੁਹਾਡਾ ਟਾਈਮ ਥੋੜਾ ਜ਼ਿਆਦਾ ਲੈ ਰਹੇ ਹਾਂ ਵੇਦ ਜੀ। ਫਿਰ ਸਾਨੂੰ ਇਹ ਵੀ ਸਮਝਾ ਸਕਦੇ ਹੋ ਤੁਸੀਂ ਉਹਨਾਂ ਲੋਕਾਂ ਨੂੰ ਕਿ ਜਿਹੜਾ ਸਿਰ ਦਰਦ ਹੋਇਆ ਅਸੀਂ ਚੱਕੀ ਚੱਕ ਕੇ ਪੇਨ ਕਿਲਰ ਲੈ ਲਈ, ਸਾਡਾ ਪੇਟ ਦਰਦ ਹੋਇਆ ਅਸੀਂ ਚੱਕੀ ਚੱਕ ਕੇ ਪੇਨ ਕਿਲਰ ਲੈ ਲਈ, ਸਾਡੇ ਗੋਡਿਆਂ ਦੇ ਵਿੱਚ ਦਰਦ ਹੋਇਆ ਅਸੀਂ ਗੋਡੇ ਬਦਲਾ ਲਏ, ਨਵਾਂ ਕੰਮ ਦੇਖੋ ਤੁਸੀਂ ਗੋਡੇ ਚੇਂਜ ਕਰਾ ਲਏ, ਸਾਡੇ ਮੋਢੇ ਦੇ ਵਿੱਚ ਦਰਦ ਹੋਇਆ ਅਸੀਂ ਚੱਕ ਕੇ ਪੇਨ ਕਿਲਰ ਲੈ। ਤੇ ਫਿਰ ਜਦੋਂ ਕੁਦਰਤ ਦੇ ਵਿੱਚ ਇੰਨੀ ਪਾਵਰ, ਤੁਸੀਂ ਲਾਈਵ ਪਾਵਰ ਦਿਖਾਈ ਹੈ ਕੁਦਰਤ ਦੇ ਵਿੱਚ, ਤੇ ਲੋਕਾਂ ਨੂੰ ਇਹ ਕਿਵੇਂ ਸਮਝਾਈਏ ਅਸੀਂ ਕਿ ਜਦੋਂ ਇੰਨੀ ਪਾਵਰ ਕੁਦਰਤ ਦੇ ਵਿੱਚ ਹੈ ਤੇ ਗੋਲੀ ਨਾਲ ਅਸੀਂ ਗੋਲੀ ਖਾਣ ਦਾ, ਕਿਉਂਕਿ ਉਹ ਤਾਂ ਸਿੰਥੈਟਿਕ ਚੀਜ਼ ਹੋ ਗਈ। ਤੁਹਾਡੀ ਨੌਲੇਜ ਬੜੀ ਹੈ ਜੀ, ਪੱਤਰਕਾਰਾਂ ਦੀ ਮੈਡੀਕਲ ਸਾਇੰਸ 'ਚ ਇੰਨੀ ਨੌਲੇਜ ਨਹੀਂ ਹੁੰਦੀ। ਇਹੋ ਹੀ ਸਹੀ ਗੱਲ ਹੈ। ਸਿੰਥੈਟਿਕ ਚੀਜ਼ ਨੂੰ ਪਛਾਣ ਲਈ ਸਾਡਾ ਲੀਵਰ ਐਂਜ਼ਾਈਮ ਨਹੀਂ ਬਣਾਉਂਦਾ। ਐਂਜ਼ਾਈਮ ਨਹੀਂ ਬਣਿਆ ਤੇ ਉਹ ਗੋਲੀ ਤੁਹਾਡੇ ਸਰੀਰ 'ਚ ਜਾ ਕੇ ਜ਼ਹਿਰ ਦਾ ਕੰਮ ਕਰੂ। ਤੁਹਾਡਾ ਜਿਹੜਾ ਦਰਦ ਦਾ ਮੈਸੇਜ ਹੈ ਉਹ ਗੋਡੇ ਤੋਂ ਦਿਮਾਗ ਤੱਕ ਜਾਣਾ ਨਹੀਂ ਹੈ, ਉਹ ਬਲੌਕ ਹੋ ਗਿਆ। ਗੋਡੇ 'ਚ ਦਰਦ ਉੱਥੇ ਹੀ ਹੈ। ਤੇ ਕੋਈ ਔਖਾ ਕੰਮ ਨਹੀਂ ਜੀ। ਆਪਾਂ ਤੁਸੀਂ 100 ਬੰਦਿਆਂ ਦਾ ਕੈਂਪ ਲਾਓ, ਇਹਨਾਂ ਨੂੰ ਦੱਸੋ, ਚੈਨਲ ਵਾਲਿਆਂ ਨੂੰ, ਆਪਾਂ ਆਵਾਂਗੇ ਉੱਥੇ ਸਿਖਾ ਦੇਵਾਂਗੇ। ਤੁਸੀਂ ਕੋਈ ਖਰਚਾ ਨਹੀਂ ਕਰ ਸਕਦੇ, ਖਰਚਾ ਵੀ ਅਸੀਂ ਕਰ ਦੇਵਾਂਗੇ। ਕਰ ਸਕਦੇ ਹੋ ਤੁਸੀਂ ਖਰਚਾ ਪਾ ਦੇਣਾ, ਦੇ ਦੇਣਾ। ਆਪਾਂ ਤੁਹਾਡੇ ਗੋਡੇ ਤੇ ਦਰਦਾਂ ਦੁਰਦਾਂ 7 ਦਿਨ 'ਚ ਠੀਕ ਕਰ ਦੇਵਾਂਗੇ। ਜਿਹੜੇ ਨੀ ਰਿਪਲੇਸਮੈਂਟ ਹੈ ਉਹ ਨਹੀਂ ਹੋਣੀ। ਆਪਾਂ ਇੱਕ ਨਹੀਂ 50 ਬਿਮਾਰੀਆਂ ਦਾ ਇਲਾਜ ਤੁਹਾਨੂੰ ਸਿਖਾ ਦੇਵਾਂਗੇ। ਤੁਸੀਂ 5-7 ਦਿਨ ਕੱਢੋ ਤੇ ਸਹੀ। ਜਿਹੜੀਆਂ ਮੋਟੀਆਂ-ਮੋਟੀਆਂ ਬਿਮਾਰੀਆਂ ਨੇ ਵੈਦ ਜੀ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਆਮ ਕਰਕੇ ਹੈਗੀਆਂ ਨੇ, ਸਿਰ ਦਰਦ ਹੋ ਗਿਆ, ਹੁਣ ਤੇ ਆਮ ਕਰਕੇ ਹਾਰਟ ਅਟੈਕ ਵੀ ਹੋ ਗਿਆ। ਜੀ ਉਹਦਾ ਜੀ 2-4 ਤੁਹਾਨੂੰ ਦੱਸ ਦਿੰਦਾ। ਦੇਖੋ ਜੀ, ਤੁਹਾਡੇ ਸਰੀਰ 'ਚ ਜਦ ਸਰੀਰ ਦੀ ਐਸਿਡਿਟੀ ਵੱਧਦੀ ਹੈ, ਬਲੱਡ ਐਸਿਡਿਕ ਹੁੰਦਾ ਹੈ, ਤਾਂ ਤੁਹਾਨੂੰ ਗਠੀਆ ਹੁੰਦਾ ਹੈ, ਤੁਹਾਡੇ ਟਿਊਮਰ ਬਣਦੇ ਹੈ, ਕੈਂਸਰ ਬਣਦੇ ਹੈ, ਤੁਹਾਡੇ 10 ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ। ਉਹਨੂੰ ਠੀਕ ਕਰਨਾ ਹੈ। ਤੁਸੀਂ ਬਲੱਡ ਨੂੰ ਐਸਿਡਿਕ ਨਾ ਬਣਾਓ। ਤੁਸੀਂ ਕਹੋਗੇ ਉਹ ਕਿੱਦਾਂ ਰੋਕੀਏ? ਤੁਸੀਂ ਚਾਹ ਕਾਫੀ ਪੀ ਜਾਂਦੇ ਹੋ, ਉਹ ਤੁਹਾਡਾ ਬਲੱਡ ਐਸਿਡਿਕ ਨਹੀਂ ਹੋਣਾ। ਇੱਕ ਗਲਾਸ 'ਚ ਤੁਸੀਂ 2 ਗਲਾਸਾਂ 'ਚ ਦਾਲ ਪਕਾ ਕੇ 2-2 ਉਂਗਲ ਪਾ ਦਿਓ। ਇੱਕ ਗਲਾਸ 'ਚ, ਕੱਚ ਦੇ ਗਲਾਸ 'ਚ, ਇੱਕ ਗਲਾਸ 'ਚ ਥੋੜ੍ਹੀ ਚਾਹ ਪਕਾ ਕੇ ਪਾ ਦਿਓ। ਕਿੰਨੀ ਜਿੰਨੀ ਦਾਲ ਹੈ ਉਸ ਤੋਂ ਅੱਧੀ। ਉਸ ਤੋਂ ਬਾਅਦ ਉਸ ਨੂੰ ਢੱਕ ਕੇ ਰੱਖ ਦਿਓ। 2 ਦਿਨ ਬਾਅਦ ਚੱਕ ਕੇ ਦੇਖੋ ਢੱਕਣ, ਜਿਹਦੇ ਚਾਹ ਪਾਈਏ ਉਨੀ ਬਦਬੂ ਮਾਰੇਗਾ, ਸੜੇਗਾ। ਉਹ ਮਿੱਤਰੋ ਇਹੋ ਹੀ ਹੁੰਦਾ ਹੈ ਤੁਹਾਡੇ ਪੇਟ 'ਚ ਚਾਹ ਪੀ ਕੇ। ਉਹ ਚਾਹ ਨਾਲ ਖਾਣਾ ਸੜ ਜਾਂਦਾ ਹੈ। ਅਤੜੀਆਂ ਕੋਲ ਕੋਈ ਸੈਂਸਰ ਨਹੀਂ ਲੱਗਾ ਹੋਇਆ, ਉਹਨੇ ਆਬਜ਼ਰਵ ਕਰ ਲੈਣਾ ਹੈ, ਸਾਰੇ ਬਲੱਡ 'ਚ ਸੁੱਟ ਦੇਣਾ ਹੈ, ਤੇ ਤੁਹਾਡਾ ਫਿਰ ਬਲੱਡ ਐਸਿਡਿਕ ਹੋ ਗਿਆ। ਫਿਰ ਕੈਂਸਰ ਬਣਨਾ ਹੀ ਹੈ, ਫਿਰ ਟਿਊਮਰ ਬਣਨੇ ਹੈ।
ਤੇ ਤੁਹਾਡੇ ਦੋ ਹੀ ਕਾਰਨ ਹੈ ਕੈਂਸਰ ਦੇ। ਨੰਬਰ 1 ਐਸਿਡਿਕ ਬਲੱਡ, ਦੂਜਾ ਆਕਸੀਜਨ ਦੀ ਕਮੀ। ਕਿ ਆਕਸੀਜਨ ਪੈਦਾ ਕਰਨ ਦਾ ਮੈਂ ਤਰੀਕਾ ਦੱਸਾਂਗਾ, 10 ਰੁਪਏ 'ਚ ਤੁਹਾਡੀ ਆਕਸੀਜਨ ਬਣ ਜਾਣੀ ਹੈ। 10 ਰੁਪਏ 'ਚ ਆਕਸੀਜਨ? 10-20 ਰੁਪਏ 'ਚ ਦੇਸੀ ਗਾਂ ਤੁਹਾਡੇ ਕੋਲ ਹੋਣੀ ਨਹੀਂ। ਦੇਸੀ ਗਾਂ ਦੇ ਗੋਬਰ 'ਚ 4 ਦਵਾਈਆਂ ਪਾ ਕੇ ਉਹਦੀ ਬੱਤੀਆਂ ਬਣਾ ਲਓ, ਟੁਕੜਾ ਲੈ ਕੇ ਦੇਸੀ ਗਾਂ ਦਾ ਘਿਓ ਲਾਓ, ਥੋੜਾ ਗੋਬਰ ਰੱਖੋ, ਏਸੀ ਦੇ ਕਮਰੇ 'ਚ ਚਲਾਓ, ਇੰਸਟਰੂਮੈਂਟ ਲਿਆ ਕੇ ਦੇਖੋ ਤੁਸੀਂ ਆਪਣਾ ਆਕਸੀਜਨ। ਬਾਹਰੋਂ ਜ਼ਿਆਦਾ ਆਕਸੀਜਨ ਤੁਹਾਡੇ ਕਮਰੇ 'ਚ ਹੋਏਗਾ ਦੇਸੀ ਗਾਂ ਦੇ ਗੋਬਰ, ਗੁੜ ਤੇ ਘਿਓ ਦੇ ਕਾਰਨ, ਤੇ ਸਾਰੇ ਕੀਟਾਣੂ 96% ਮਰ ਜਾਣਗੇ ਅੱਧੇ ਘੰਟੇ 'ਚ। ਤੁਹਾਨੂੰ ਅਸੀਂ ਮਿਰਕਲ ਸਿਖਾਵਾਂਗੇ। ਇਹ ਮੇਰੀ ਦੇਣ ਨਹੀਂ, ਮੈਂ ਤਾਂ ਪੋਸਟਮੈਨ ਹੈਗਾ ਮਿੱਤਰੋ, ਉੱਧਰੋਂ ਆਇਆ ਹੈ ਸਭ ਕੁਝ ਇੱਧਰ ਵੰਡ ਦਿਆਂਗਾ। ਤੁਸੀਂ ਲੈਣ ਵਾਲੇ ਤੇ ਬਣੋ। ਤੁਹਾਡੀ 90% ਬਿਮਾਰੀਆਂ ਆਪਾਂ ਬਿਨਾਂ ਦਵਾਈ ਤੇ ਤੁਹਾਨੂੰ ਅੰਗਰੇਜ਼ੀ ਦਵਾਈ ਤੋਂ ਬਿਨਾਂ ਠੀਕ ਕਰਨ ਸਿਖਾਵਾਂਗੇ। ਤੁਸੀਂ ਸਿੱਖੋ ਤੇ ਸਹੀ। ਜੀ ਜੀ। ਤੇ ਵੈਜੀ ਵੇ ਜੇਕਰ ਤੁਹਾਨੂੰ ਮਿਲਣਾ ਹੋਵੇ ਤੇ ਤੁਸੀਂ ਆਪਣਾ ਜਿਹੜਾ ਸ਼ਡਿਊਲ ਬੜਾ ਟਾਈਟ ਰੱਖਿਆ ਹੋਇਆ, ਤੁਹਾਨੂੰ ਮਿਲਣਾ ਹੋਵੇ ਕਿਵੇਂ ਮਿਲ ਸਕਦੇ ਆ, ਕਿੱਥੇ ਮਿਲ ਸਕਦੇ ਆ? ਬਹੁਤ ਲੋਕ ਦੁਖੀ ਨੇ ਸਾਡੇ। ਮੇਰੀ ਬੇਨਤੀ ਹੈ ਜੀ, ਮੇਰੀ ਬੇਨਤੀ ਹੈ, ਮੈਂ ਲੱਖਾਂ ਕਰੋੜਾਂ ਲਗਾਉਂਦਾ ਇਲਾਜ ਨਹੀਂ ਕਰ ਸਕਦਾ। ਮੇਰਾ ਨੰਬਰ ਮੈਂ ਦੇ ਦਿਆਂਗਾ, ਮੈਂ फ़ोन ਵੀ ਨਹੀਂ ਸੁਣ ਸਕਦਾ। ਮੇਰੀ ਬੇਨਤੀ ਇਹ ਹੋਈ ਹੈ ਕਿ ਤੁਹਾਡੇ ਚੈਨਲ ਦੇ ਥਰੂ ਆਪਣਾ ਕੈਂਪ ਆਰਗੇਨਾਈਜ਼ ਕਰੋ। ਉਹ ਕੈਂਪ 'ਚ ਅਸੀਂ ਆਵਾਂਗੇ, ਟ੍ਰੇਨਿੰਗ ਦੇ ਦਿਆਂਗਾ। ਅਸੀਂ ਇਲਾਜ ਨਹੀਂ ਕਰਾਂਗੇ। ਮੈਂ ਇਲਾਜ ਕਰਦਾ ਰਿਹਾ, ਨੋਟ ਛਾਪਦਾ ਰਵਾਂਗਾ, ਪਰ ਲੋਕਾਂ ਦਾ ਭਲਾ ਨਹੀਂ ਹੋਣਾ, ਤੁਸੀਂ ਫਿਰ ਬਿਮਾਰ ਹੋ ਜਾਣਾ ਹੈ। ਮੈਂ ਇਲਾਜ ਕਰਨਾ ਸਿਖਾ ਦਿਆਂਗਾ 1 ਹਫ਼ਤੇ 'ਚ ਸਾਰੇ। 5 ਦਿਨ ਦਾ, 3 ਦਿਨ ਦਾ, 1 ਦਿਨ ਦਾ ਕੈਂਪ ਲਾਓ। ਸ਼ਹਿਰੀਆਂ ਤੋਂ ਅਸੀਂ ਪੇਮੈਂਟ ਲਾਂਗੇ, ਨਹੀਂ ਤਾਂ ਸਾਡੀ ਗੱਡੀ ਕਿੱਦਾਂ ਚੱਲਣੀ ਹੈ? ਪਿੰਡ ਦੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਫ੍ਰੀ ਸਿਖਾਵਾਂਗੇ। ਤੁਸੀਂ ਰੋਟੀ ਖਵਾ ਦੇਣਾ, ਲੱਸੀ ਨਾਲ ਮੱਕੀ ਦੀ ਰੋਟੀ ਖਵਾ ਦਿਓ, ਆਪਾਂ ਤੁਹਾਨੂੰ ਗੰਢੇ ਨਾਲ ਰੋਟੀ ਖਾ ਕੇ ਸਿਖਾ ਦਿਆਂਗੇ। ਜੇ ਤੁਸੀਂ ਰੋਟੀ ਦੀ ਗੱਲ ਕੀਤੀ ਹੈ, ਮਾਫ ਕਰਨਾ ਤੁਹਾਡੇ ਸਵਾਲ ਦੇ ਵਿੱਚੋਂ ਸਵਾਲ ਨਿਕਲ ਜਾ ਰਹੇ ਨੇ। ਅੱਜ ਕੱਲ੍ਹ ਤੇ ਅਸੀਂ ਚੱਕੀਆਂ ਦਾ ਪੀਸਿਆ ਹੋਇਆ ਆਟਾ, ਬਿਲਕੁਲ ਅਸੀਂ ਕਹਿਣੇ ਆ ਕਿ ਬਾਰੀਕ ਪਾਊਡਰ ਵਰਗਾ ਆਟਾ ਸਾਨੂੰ ਕਰਕੇ ਦੇ, ਮਜ਼ਾ ਤਾਂ ਆਉਣਾ ਹੈ। ਜੇ ਤੁਸੀਂ ਮੈਨੂੰ ਬਰੀਕ ਆਟਾ ਖਵਾਉਣਾ ਹੈ, ਥੈਲੀ ਦਾ ਆਟਾ ਖਵਾਉਣਾ ਹੈ, ਫਿਰ ਤਾਂ ਨਾ ਬੁਲਾਇਓ, ਫਿਰ ਮੈਂ ਨਹੀਂ ਆਣਾ। ਉਹਦੇ ਆਟੇ 'ਚ ਪ੍ਰੀਜ਼ਰਵੇਟਿਵ ਪਿਆ ਹੈ, ਜ਼ਹਿਰ ਪਿਆ ਹੈ। 6-6 ਮਹੀਨੇ, ਸਾਲ ਤੱਕ ਉਹਦੇ 'ਚ ਕੀੜਾ ਨਹੀਂ ਲੱਗਦਾ, ਜਾਲੇ ਨਹੀਂ ਪੈਂਦੇ। ਤੁਸੀਂ ਆਟਾ ਲਿਆਂਦੇ ਹੋ, ਮਹੀਨੇ ਜਾਲੇ ਲੱਗਦੇ ਹੈ। ਉਹ ਮੈਨੂੰ ਤੇ ਵੀਰ ਜੀ ਉਹੀ ਆਟਾ ਖਵਾਇਆ ਜਿਹੜਾ ਤਾਜ਼ਾ ਪਿਸਿਆ ਹੈ ਤੁਹਾਡਾ ਹੈ। ਕਣਕ ਦਾ ਹੋਏ, ਜਾw ਦਾ ਹੋਏ, ਮਿਲਾ ਕੇ ਖਿਲਾ ਦਿਓ। ਕੱਲੀ ਤੇ ਕਣਕ ਨਾ ਖਾਇਓ। ਵੀਟ ਬੈਲੀ ਨਾਂ ਦੀ ਕਿਤਾਬ ਪੜ੍ਹ ਲੈਣਾ, ਤੁਸੀਂ ਕਣਕ ਖਾਣਾ ਛੱਡ ਦਿਓਗੇ ਜਾਂ ਅੱਧੀ ਕਰ ਦਿਓਗੇ। ਤੇ ਫਿਰ ਅਸੀਂ ਕਣਕ ਕਿਸ ਤਰ੍ਹਾਂ ਖਾਈਏ ਜੀ? ਰੋਟੀ ਤਾਂ ਸਾਨੇ ਖਾਣੀ ਹੈ, ਸਾਡੀ ਖੁਰਾਕ ਹੀ ਰੋਟੀ ਹੈ ਜੀ ਮੇਨ। ਕਣਕ 'ਚ ਅੱਧਾ ਤੁਸੀਂ ਜੌਂ ਦਾ ਆਟਾ ਪਾਓ, ਚਣੇ ਦਾ ਆਟਾ ਪਾਓ, ਉਹ ਮਿਲਾ ਕੇ ਖਾਓ, ਫਿਰ ਤੁਸੀਂ ਬਿਮਾਰ ਨਹੀਂ ਪਾਓਗੇ ਜੀ। ਇਹ ਖਿਆਲ ਰੱਖੋ। ਤੇ ਵਿਦੇਸ਼ੀ ਗਾਂ ਦਾ ਘਿਓ, ਦੁੱਧ ਬੰਦ ਕਰ ਦੇਣਾ। ਮਿਲਕ ਪ੍ਰੋਡਕਟ ਬਾਜ਼ਾਰ ਦੇ ਸਾਰੇ ਬੰਦ ਕਰ ਦੇਣਾ, ਉਹ ਜ਼ਹਿਰ ਨਾਲ ਬਣੇ ਹੈ। ਤੇ ਵੈਜੀ ਤੁਹਾਡੀ ਜਿਹੜੀ ਜ਼ਿੰਦਗੀ ਦਾ ਇੱਕ ਨਿਚੋੜ, ਤੁਸੀਂ ਕਿਤਾਬ ਵੀ ਰਿਲੀਜ਼ ਕੀਤੀ ਹੈਗੀ ਹੈ। ਕਰੋਨਾ ਕਰਕੇ ਸਰਕਾਰੀ ਇਨਸਟਰਕਸ਼ਨਸ ਕਰਕੇ ਉਹ ਨਹੀਂ ਸੀ ਫੋਲੋ ਕਰ ਸਕੇ। ਤੇ ਉਹ ਕਿਤਾਬ ਜੇਕਰ ਲੈਣੀ ਹੋਵੇ ਜਾਂ ਕਿਸੇ ਨੇ ਪੜ੍ਹਨੀ ਹੋਵੇ, ਕਿੱਥੋਂ ਮਿਲੂਗੀ? ਕੌਣ ਉਹਨੂੰ ਭੇਜੇਗਾ? ਕਿਸ ਤਰ੍ਹਾਂ ਉਹ ਹੋਏਗਾ? ਸਾਨੂੰ ਪਲੀਜ਼ ਦੱਸ ਦਿਓ। ਨਹੀਂ, ਹਾਂਜੀ, ਇਹ ਬੜੀ ਅੱਛੀ ਗੱਲ ਤੁਸੀਂ ਯਾਦ ਰੱਖਦੇ ਹੋ। ਤੁਹਾਡੀ ਮੈਮੋਰੀ ਬੜੀ ਕੰਮ ਕਰਦੀ ਹੈ, ਸਭ ਯਾਦ ਰਹਿੰਦਾ ਹੈ ਤੁਹਾਨੂੰ। ਅਸੀਂ 28 ਸਾਲ ਦੀ ਮਿਹਨਤ ਤੋਂ ਬਾਅਦ ਇੱਕ ਕਿਤਾਬ ਲਿਖੀ ਹੈ, ਜੀਵਨ ਸ਼ੈਲੀ ਕੇ ਰੋਗ ਔਰ ਸਮਾਧਾਨ। ਪੰਜਾਬੀ 'ਚ ਉਹਦਾ ਅਨੁਵਾਦ ਹੋਇਆ ਹੈ, ਪਰ ਹਾਲੇ ਅਧੂਰਾ ਹੈ। ਤੁਹਾਡੀ ਮਦਦ ਨਾਲ ਪੂਰਾ ਕਰ ਲਾਂਗੇ। ਉਹ ਪੰਜਾਬੀ 'ਚ ਹਾਲੇ ਬਣੇਗੀ। ਤੇ ਉਹਨੂੰ ਤੁਸੀਂ ਲੈਣਾ ਚਾਹੋ ਤੇ ਤੁਸੀਂ ਇੱਕ ਨੰਬਰ ਲਿਖ ਲਓ ਤੇ WhatsApp ਕਰੋ। ਕਿਤਾਬ ਤੁਹਾਨੂੰ ਉਹ ਪੈਸੇ ਜਮ੍ਹਾਂ ਕਰਕੇ ਭੇਜ ਦੇਣਗੇ, ਪਾਰਸਲ ਆ ਜਾਏਗਾ। ਨੰਬਰ ਹੈਗਾ ਹੈ 98 173 12121। ਅੰਗਰੇਜ਼ੀ 'ਚ ਹੋ ਗਿਆ 9817312121। ਸਕਰੀਨ ਤੇ ਲਿਖ ਕੇ ਪਾ ਦੇਗਾ, ਤੁਹਾਨੂੰ ਹੋ ਜਾਏਗਾ ਤੇ ਕਿਤਾਬ ਤੁਹਾਨੂੰ ਮਿਲ ਜਾਏਗੀ। ਮੈਂ ਕਹਿੰਦਾ ਤੁਹਾਡੀ ਸਵਾਸਥ ਦੀ ਗੀਤਾ ਹੈਗੀ ਹੈ, ਹਿੰਦੀ 'ਚ ਹੈ, ਹਾਲੇ ਅੰਗਰੇਜ਼ੀ 'ਚ ਬਣ ਰਹੀ ਹੈ ਤੇ ਪੰਜਾਬੀ 'ਚ ਬਣ ਰਹੀ ਹੈ। ਟਾਈਮ ਲੱਗੇਗਾ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਟਾਈਮ ਇਜਾਜ਼ਤ ਨਹੀਂ ਦਿੰਦਾ। ਗੱਲਾਂ ਬਹੁਤ ਵਧੀਆ ਤੁਸੀਂ ਕੀਤੀਆਂ ਨੇ। ਤੁਸੀਂ ਲਾਈਵ ਜਿਹੜਾ ਕੁਦਰਤ ਦੀ ਸ਼ਕਤੀ ਦਾ ਮੁਜ਼ਾਹਰਾ ਪੇਸ਼ ਕੀਤਾ ਕਿ ਕਿੰਨੀ ਕੁ ਸ਼ਕਤੀ ਹੈਗੀ ਹੈ ਕੁਦਰਤ ਦੇ ਵਿੱਚ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡੇ ਨਾਲ ਅਸੀਂ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਢੰਗ ਨਾਲ ਜਾਰੀ ਰੱਖ ਸਕੀਏ। ਫਿਲਹਾਲ ਤੁਸੀਂ ਹਕੀਕਤ ਟੀਵੀ ਨੂੰ ਆਪਣਾ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜਾ ਅੱਛਾ ਕੰਮ ਕਰ ਰਹੇ ਹੋ। ਮੈਂ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਹੈਗਾ। ਤੁਸੀਂ ਜਦ ਚਾਹੋਗੇ ਮੈਂ ਤਦ ਤੁਹਾਡੇ ਲਈ ਹਾਜ਼ਰ। ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਇਹ ਸਨ ਵੈਦ ਰਾਜੇਸ਼ ਕਪੂਰ, ਜਿਨ੍ਹਾਂ ਨੇ ਬੜੇ ਹੀ ਢੰਗ ਤਰੀਕੇ ਦੇ ਨਾਲ ਉਹ ਗੱਲਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਤੱਕ ਜਿਹੜੀਆਂ ਗੱਲਾਂ ਤੁਸੀਂ ਨਾ ਤਾਂ ਕਿਸੇ ਸੋਸ਼ਲ ਮੀਡੀਆ ਤੇ ਦੇਖਿਆ ਹੋਣੀ ਹੈ ਅਤੇ ਨਾ ਹੀ ਕਿਸੇ ਟੈਲੀਵਿਜ਼ਨ ਦੇ ਉੱਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ
ਤੁਹਾਨੇ ਕਦੇ ਸੁਣੀਆਂ ਹੋਣੀਆਂ। ਸੋ ਸਾਡਾ ਵੀ ਇਹੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੈਦ ਰਾਜੇਸ਼ ਕਪੂਰ ਜੀ ਹੋਰਾਂ ਨਾਲ ਗੱਲਬਾਤ ਕਰਕੇ ਜ਼ਿੰਦਗੀ ਨੂੰ ਸਮਝੀਏ, ਜ਼ਿੰਦਗੀ ਦਾ ਫਲਸਫਾ ਸਮਝੀਏ ਅਤੇ ਆਪਣੇ ਆਪ ਨੂੰ ਜਿਹੜਾ ਨਿਰੋਗ ਰੱਖੀਏ। ਕਿਸ ਤਰੀਕੇ ਨਾਲ ਅਸੀਂ ਰੋਗਾਂ ਨੂੰ ਜਿਹੜਾ ਦੂਰ ਕਰ ਸਕਦੇ ਹਾਂ, ਜਿਹੜੇ ਰੋਗ ਲੱਗੇ ਹੋਏ ਨੇ ਉਹਨਾਂ ਨੂੰ ਕਿਵੇਂ ਦੂਰ ਭਜਾ ਸਕਦੇ ਹਾਂ, ਇਹਨਾਂ ਸਾਰਿਆਂ ਦੇ ਉੱਤੇ ਗੱਲਬਾਤ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੀਰੀਜ਼ ਹੈਗੀ ਹੈ ਜਿਹੜੀ ਵੈਦ ਜੀ ਨਾਲ ਸ਼ੁਰੂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਵੱਖੋ-ਵੱਖ ਬਿਮਾਰੀਆਂ, ਵੱਖੋ-ਵੱਖ ਰੋਗਾਂ ਦੇ ਜਿਹੜੇ ਇਲਾਜ ਨੇ ਘਰ ਬੈਠ ਕੇ ਹੀ ਤੁਹਾਨੂੰ ਜਿਹੜੇ ਉਹ ਸਿਖਾਉਣ ਦੀ ਜਿਹੜੀ ਕੋਸ਼ਿਸ਼ ਹੈ ਸਾਡੀ ਉਹ ਰਹੇਗੀ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਸੋਲਨ।